श्रोते प्रोग्राम अपडेट अमेरिका 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 1 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਨੀਵਰਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਜ਼ ਬਲੇਨ, ਬਲਜਿੰਦਰ ਨਿੱਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੌਹਲ, ਗੁਰਦੇਵ ਸਿੰਘ LA, ਗੁਰਮੇਲ ਬਾਸੀ ਐਲਗਰੋਵ, ਹਰਨੇਕ ਪਾਵਲਾ ਰੈਂਟਨ ਵਾਸ਼ਿੰਗਟਨ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ, ਕਰਮਜੀਤ ਸਿੰਘ ਟਰਲੌਕ, ਊੜਾ ਡੈਟ ਰਿਲੀਫ ਵਾਲੇ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਕਾਲ 888-888-9914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਸਰੋਤਿਓ, ਜਿਸ ਤਰ੍ਹਾਂ ਪਤਾ ਹੀ ਆ ਵੀ ਆ ਜਿਹੜਾ ਸਾਰਾ ਹਫਤਾ ਆ, ਇਹ ਤੀਜਾ ਵੱਡਾ ਘੱਲੂਘਾਰ ਆ ਜੋ ਉਸ ਟਾਈਮ ਦੀ ਮੌਜੂਦਾ ਸਰਕਾਰ ਸੀ, ਉਸਨੇ ਸ਼੍ਰੀ ਦਰਬਾਰ ਸਾਹਿਬ ਤੇ 100 ਦੇ ਕਰੀਬ ਹੋਰ ਗੁਰੂ ਘਰਾਂ ਤੇ ਹਮਲਾ ਕੀਤਾ ਤੇ ਹਜ਼ਾਰਾਂ ਹੀ ਸਿੱਖਾਂ ਨੂੰ ਮੌਤ ਦੇ ਭੇਂਟ ਚੜਾ ਦਿੱਤਾ। ਸੋ ਅੱਜ ਆਪਾਂ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਜਿਹੜੀ ਇਤਿਹਾਸ ਆ 42 ਸਾਲੇ ਹੋਏ ਆ, ਇਹਨੂੰ ਭੁੱਲਣਾ ਨਹੀਂ ਚਾਹੀਦਾ। ਉਹ ਕੌਮਾਂ ਜੋ ਸਾਨੂੰ ਕਹਿੰਦੀਆਂ ਆ ਵੀ ਜੀ ਭੁੱਲ ਜਾਓ ਜੋ ਹੋ ਗਿਆ, ਤੇ ਉਹ ਹਜੇ ਤੱਕ ਵੀ ਰਾਵਣ ਨੂੰ ਅੱਗ ਲਾਉਂਦੇ ਆ। ਤੁਹਾਡੇ ਸਾਹਮਣੇ ਹੀ ਆ ਜਿਹੜਾ ਕਿ ਹਜ਼ਾਰਾਂ ਸਾਲ ਪੁਰਾਣਾ ਜਿਹੜਾ ਇਤਿਹਾਸ ਹੈਗਾ ਆ। ਸੋ ਅੱਜ ਦੇ ਦਿਨ ਜੂਨ 1 2 ਜਿਹੜਾ ਹੈਗਾ 1984 ਤੋਂ ਪਹਿਲਾਂ ਕੁਛ ਦਿਨ 1 ਲੱਖ ਤੋਂ ਵੱਧ ਜਿਹੜੇ ਆ ਪੈਰਾਮਿਲਟਰੀ ਫੋਰਸਿਸ, ਇੰਡੀਅਨ ਆਰਮੀ ਟਰੂਪਸ ਪੂਰੇ ਪੰਜਾਬ ਦੇ ਵਿੱਚ ਲਾ ਦਿੱਤੇ ਗਏ ਸੀ। ਸਾਰੇ ਹੀ ਜਿਹੜੇ ਮਸ਼ਹੂਰ ਗੁਰੂ ਘਰ ਹੈਗੇ, ਗੁਰਦੁਆਰਾ ਸਾਹਿਬ ਆ, ਉਹਨਾਂ ਦੇ ਆਲੇ ਦੁਆਲੇ ਫੌਜ ਲਾ ਦਿੱਤੀ ਗਈ ਸੀ। ਬਹੁਤ ਵਾਰ ਲੋਕ ਬਲੇਮ ਕਰਦੇ ਆ ਸੰਤ ਜਰਨੈਲ ਸਿੰਘ ਹੁਣਾਂ ਨੂੰ, ਭਈ ਜੀ ਜੇ ਉਹ ਨਾ ਹੁੰਦੇ ਤਾਂ ਹੋਣਾ ਨਹੀਂ ਸੀ। 100 ਤੋਂ ਵੱਧ ਗੁਰੂ ਘਰਾਂ ਦੇ ਉੱਤੇ ਅਟੈਕ ਕੀਤਾ ਗਿਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਦੇ ਦਿਨ ਜੂਨ 1 1984 ਨੂੰ ਸੰਗਤਾਂ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ ਸੀ, ਕਿਉਂਕਿ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਜੂਨ 3 ਨੂੰ ਸੀ 1984 ਦੇ ਵਿੱਚ। ਸ਼ਹੀਦ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਕਹਿੰਦੇ ਵੀ ਲੰਗਰ ਹਾਲ ਦੀ ਬਿਲਡਿੰਗ ਤੇ ਬੈਠੇ ਸੀ ਤੇ ਮਿਲਟਰੀ ਜਿਹੜੀ ਹੈਗੀ ਆ, ਮਿਲਟਰੀ ਤੇ ਪੈਰਾਮਿਲਟਰੀ ਫੋਰਸਿਸ ਨੇ, ਉਹਨਾਂ ਦੇ ਸਨਾਈਪਰਸ ਨੇ ਜਿਹੜੀਆਂ ਗੋਲੀਆਂ ਚਲਾਈਆਂ ਤੇ ਜਿਹੜੇ ਸਿੱਖ ਮਿਲੀਟੈਂਟ ਸੀ ਉਹਨਾਂ ਨੇ ਵਾਪਸ ਫੇਰ ਗੋਲੀਆਂ ਚਲਾਈਆਂ। 7 ਘੰਟੇ ਜੂਨ 1 ਨੂੰ ਲਗਾਤਾਰ ਇਹ ਚੱਲਦਾ ਰਿਹਾ ਤੇ 11 ਜਾਣੇ ਸ਼ਹੀਦ ਹੋ ਗਏ, 25 ਜਾਣੇ ਜਿਹੜੇ ਆ ਫੱਟੜ ਹੋਏ ਹੈਗੇ ਆ। ਤੇ ਜਿਹੜੀਆਂ ਬੁਲਟ ਹੋਲ ਸੀਗੀਆਂ ਉਹ ਲੰਗਰ ਹਾਲ ਦੇ ਵਿੱਚ ਦੇਖੀਆਂ ਜਾ ਸਕਦੀਆਂ। ਤੇ ਇਸੇ ਤਰ੍ਹਾਂ ਪ੍ਰਕਰਮਾਂ ਦੇ ਵਿੱਚ ਵੀ ਇਹ ਜੂਨ 1 ਨੂੰ 1984 ਨੂੰ ਸ਼੍ਰੀ ਦਰਬਾਰ ਸਾਹਿਬ ਵਿਖੇ ਵਾਪਰਿਆ। ਨਹੀਂ, ਬਿਲਕੁਲ ਉਹਨਾਂ ਸਾਰੇ ਜੁਝਾਰੂਆਂ ਦੇ, ਉਹਨਾਂ ਸਾਰੇ ਸ਼ਹੀਦਾਂ ਦੇ ਸਿੰਘਾਂ ਸਿੰਘਣੀਆਂ ਨੂੰ ਆਪਾਂ ਕੋਟਾਨਕੋਟ ਪ੍ਰਣਾਮ ਕਰਦੇ ਹਾਂ, ਜਿਨ੍ਹਾਂ ਨੇ ਭਾਰਤੀ ਜਿਹੜੀ ਹਕੂਮਤ ਦੇ ਦੁਆਰਾ ਜੋ ਇਹ ਕੋਝੀ ਚਾਲ ਸੀਗੀ, ਜੋ ਕੋਝੀ ਇਹ ਕੰਮ ਜਿਹੜਾ ਉਹ ਕੀਤਾ ਗਿਆ, ਉਹਨਾਂ ਦੇ ਮੂਹਰੇ ਜਿਹੜਾ ਉਹ ਇੱਕ ਡਾਹ ਕੇ ਜਿਹੜੇ ਉਹ ਡਟੇ ਰਹੇ। ਹਰਜੋਤ ਸਿੰਘ ਜੀ, ਸਿੱਖ ਕੌਮ ਦੇ ਮਹਾਨ ਬੁੱਧੀਜੀਵੀ ਤੇ ਲੇਖਕ ਹਰਿੰਦਰ ਸਿੰਘ ਮਹਿਬੂਬ ਹੁਣਾਂ ਦੇ ਨਾਲ ਇੱਕ ਵਾਰੀ ਡਾਕਟਰ ਗੁਰਤਰਨ ਸਿੰਘ, ਉਹ ਕਹਿੰਦੇ ਵੀ 1966 ਦੇ ਵਿੱਚ ਉਹ ਸਫ਼ਰ ਕਰ ਰਹੇ ਸੀ ਰੇਲ ਦਾ, ਤਾਂ ਉਦੋਂ ਹਰਿੰਦਰ ਸਿੰਘ ਮਹਿਬੂਬ ਹੁਣਾਂ ਨੇ ਇਹ ਕਿਹਾ 1966 ਦੇ ਵਿੱਚ ਵੀ ਭਾਰਤ ਵਾਲੇ ਦਰਬਾਰ ਸਾਹਿਬ ਤੇ ਹਮਲਾ ਕਰਨਗੇ। ਉਹਨਾਂ ਦੇ, ਕਿਉਂਕਿ ਉਹ ਬੜੇ ਬੁੱਧੀਜੀਵੀ ਮੰਨੇ ਗਏ ਆ ਸਿੱਖ ਕੌਮ ਦੇ, ਸਹਿਜੇ ਰਚਿਓ ਖਾਲਸਾ ਜਿਹੜਾ ਉਹਨਾਂ ਦਾ ਇੱਕ ਮਹਾਨ ਕਾਵ ਦੇ ਤੌਰ ਦੇ ਉੱਤੇ ਹੀ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਲੇਖ ਆ, ਜਿਹੜੀ ਇਹ ਕਿਤਾਬ ਆ, ਜਿਸ ਨੂੰ ਸਾਰੇ ਜਾਣੇ ਪੜ੍ਹਦੇ ਨੇ ਤੇ ਉਸ ਤੋਂ
ਸਿੱਖਿਆ ਜਿਹੜੀ ਉਹ ਲੈਂਦੇ ਆ, ਉਹਨਾਂ ਦੇ ਮਨਾਂ ਦੇ ਵਿੱਚ ਵੀ ਜਿਹੜਾ ਇਹ ਸਾਰਾ ਕੁਛ ਕਿੰਨੇ ਚਿਰ ਤੋਂ ਜਿਹੜਾ ਉਹ ਚੱਲ ਰਿਹਾ ਸੀ। ਉਹਨਾਂ ਨੇ ਜੋ ਇਤਿਹਾਸ ਦੇ ਵਿੱਚ ਹੁੰਦਾ ਆਇਆ, ਉਸ ਨੂੰ ਸਮਝਦੇ ਹੋਏ ਇਹ ਗੱਲਾਂ ਜਿਹੜੀਆਂ ਆ ਉਹਨਾਂ ਨੇ ਦੱਸੀਆਂ ਜਿਹੜੀਆਂ ਉਹ ਸੀਗੀਆਂ। ਸੋ ਇਹ ਕਿਸੇ ਇਹ ਤਾਂ ਪਤਾ ਹੀ ਸੀਗਾ ਵੀ ਇਦਾਂ ਦਾ ਕਾਰਮ ਜਿਹੜਾ ਉਹ ਇਦਾਂ ਦਾ ਕਰਤੂਤ ਆ ਭਾਰਤ ਦੀ ਜਿਹੜੀ ਸਰਕਾਰ ਆ ਉਹ ਕਰ ਸਕਦੀ ਆ। ਉਹ ਇਸ ਤਰੀਕੇ ਦੇ ਨਾਲ ਇੰਨੀ ਗਿਰੀ ਹੋਈਆਂ ਹਰਕਤਾਂ ਦੇ ਉੱਤੇ ਪਹੁੰਚ ਜਾਊਗੀ, ਇਹ ਸ਼ਾਇਦ ਕਿਸੇ ਨੂੰ ਚੇਤਾ ਜਿਹੜਾ ਉਹ ਨਹੀਂ ਸੀ। ਅੱਜ ਵੀ ਆਪਾਂ ਜਿਹੜਾ ਹਰਜੋਤ ਸਿੰਘ ਜੀ ਦੇਖ ਰਹੇ ਹਾਂ ਵੀ ਉੱਥੋਂ ਦੀਆਂ ਜਿਹੜੀਆਂ ਸਰਕਾਰਾਂ ਆ ਭਾਰਤ ਦੀਆਂ, ਕਿਸ ਤਰੀਕੇ ਦੇ ਨਾਲ ਸਿੱਖਾਂ ਦੇ ਨਾਲ, ਪੰਜਾਬੀਆਂ ਦੇ ਨਾਲ ਉਹ ਦੁਰਵਿਵਹਾਰ ਤੇ ਕਿੱਦਾਂ ਦੂਜੇ ਦਰਜੇ ਦੇ, ਤੀਜੇ ਦਰਜੇ ਦੇ ਇੱਕ ਨਾਗਰਿਕ ਦੇ ਤੌਰ ਦੇ ਉੱਤੇ ਉੱਥੇ ਉਹਨਾਂ ਨੂੰ ਦੇਖਿਆ ਜਾਂਦਾ ਹੈਗਾ ਆ। ਇਹ ਇਤਿਹਾਸ ਦੇ ਵਿੱਚ ਬਹੁਤ ਘੱਟ ਵਾਰੀ ਇਦਾਂ ਦਾ ਜਿਹੜਾ ਹਰਜੋਤ ਸਿੰਘ ਜੀ ਹੁੰਦਾ ਹੈ ਵੀ ਜਿਸ ਮੁਲਕ ਦੀ ਸੋ ਕਾਲਡ ਫੌਜ ਆ, ਉਸੇ ਹੀ ਮੁਲਕ ਦੇ ਨਾਲ, ਉਸੇ ਹੀ ਮੁਲਕ ਦੇ ਬਸ਼ਿੰਦਿਆਂ ਦੇ ਧਾਰਮਿਕ ਸਭ ਤੋਂ ਪਵਿੱਤਰ ਸਥਾਨ ਦੇ ਉੱਤੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਜਿਹੜਾ ਉਹ ਕੀਤਾ ਜਿਹੜਾ ਹੋ ਜਾਵੇ। ਸੋ ਉਸ ਹਮਾਮ ਦੇ ਵਿੱਚ ਹਰਜੋਤ ਸਿੰਘ ਜੀ ਸਾਰੇ ਹੀ ਨੰਗੇ ਸੀ। ਅੱਜ ਚਾਹੇ ਮੌਜੂਦਾ ਸਰਕਾਰ ਦੇ ਕਈ ਬੰਦੇ ਉਸ ਨੂੰ ਜੈਨੋਸਾਈਡ, ਕਤਲੇਆਮ ਜਿਹੜਾ ਉਹ ਕਹਿਣ, ਪਰ ਉਹੀ ਪਾਰਟੀ ਦੇ ਬੰਦਿਆਂ ਨੇ ਉਸ ਟਾਈਮ ਦੇ ਉੱਤੇ ਜਿਹੜੀ ਸੱਤਾਧਾਰੀ ਪਾਪਣ ਗਾਂਧੀ ਸੀ ਉਹਦੇ ਵੀ ਕੰਨ ਭਰੇ। ਇਸ ਦੇ ਉਲਟ ਜਲੂਸ ਵੀ ਜਿਹੜੇ ਆ ਉਹਨਾਂ ਨੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜੇ ਉਹ ਕੱਢੇ। ਉਸ ਟਾਈਮ ਦੇ ਉੱਤੇ ਸਾਰੇ ਰਲੇ ਹੋਏ ਸੀਗੇ ਵੀ ਕਿਸ ਤਰੀਕੇ ਦੇ ਨਾਲ ਇਸ ਹਮਲੇ ਨੂੰ ਅੰਜਾਮ ਜਿਹੜਾ ਉਹ ਦਿੱਤਾ ਜਿਹੜਾ ਹੋ ਜਾਵੇ। ਪਰ ਆਪਾਂ ਆਪਣਾ ਸਾਰੇ ਉਹਨਾਂ ਸਿੰਘਾਂ ਸਿੰਘਣੀਆਂ ਦੇ, ਉਹਨਾਂ ਸ਼ਹਾਦਤਾਂ ਦੇ ਜਿਹੜਾ ਕੋਟਾਨ ਕੋਟ ਪ੍ਰਣਾਮ ਕਰਦੇ ਹਾਂ, ਜਿਨ੍ਹਾਂ ਨੇ ਸਿੱਖ ਕੌਮ ਦੀ ਲਾਜ ਦੇ ਲਈ ਆਪਣੀ ਦਿੱਤੇ ਹੋਏ ਸਿਧਾਂਤ ਦੇ ਮੁਤਾਬਕ ਆਪਣੀਆਂ ਜਾਨਾਂ ਜਿਹੜੀਆਂ ਉਹ ਕੌਮ ਤੋਂ, ਪੰਥ ਤੋਂ ਜਿਹੜੀਆਂ ਉਹ ਨਿਸ਼ਾਵਰ ਕਰ ਦਿੱਤੀਆਂ। ਜੀ, ਹੁਣ ਆਪਾਂ ਖਬਰਾਂ ਵੱਲ ਆਈਏ। ਦੁਨੀਆ ਦੇ ਵਿੱਚ, ਅਮਰੀਕਾ ਦੇ ਵਿੱਚ ਕੀ ਕੁਝ ਵਾਪਰ ਰਿਹਾ ਆ। ਅਮਰੀਕਾ ਨੇ ਈਰਾਨ ਦੇ ਕੁਝ ਜਿਹੜੇ ਮਿਲਟਰੀ ਸਾਈਟਸ ਆ ਉਹਨਾਂ ਦੇ ਉੱਤੇ ਬੰਬਾਰਡਮੈਂਟ ਕੀਤੀ ਹੈਗੀ ਆ, ਤੇ ਈਰਾਨ ਵਾਲਿਆਂ ਨੇ ਵੀ USA ਦੇ ਜੋ ਕੁਵੈਤ ਦੇ ਵਿੱਚ ਟਰੂਪਸ ਹੈਗੇ ਆ ਉਹਦੇ ਉੱਤੇ ਮਿਜ਼ਾਈਲਸ ਸਿੱਟੀਆਂ ਹੈਗੀਆਂ। ਸੋ ਫਾਈਟਿੰਗ ਇੱਕਦਮ ਤੇਜ਼ ਹੋਈ ਹੈਗੀ ਆ। ਇਜ਼ਰਾਈਲ ਤੇ ਲੈਬਨੀਜ਼ ਮਿਲੀਟੈਂਟ ਗਰੁੱਪ ਹੈਜ਼ਬੁੱਲਾ ਦੇ ਵਿੱਚ ਵੀ ਜਿਹੜੀ ਆ ਫਾਈਟ ਬਹੁਤ ਤੇਜ਼ ਚੱਲ ਰਹੀ ਹੈਗੀ ਆ, ਤੇ ਲੈਬਨਾਨ ਦੇ ਕਾਫੀ ਅੰਦਰ ਜਿਹੜੇ ਇਜ਼ਰਾਈਲ ਵਾਲੇ ਪਹੁੰਚ ਚੁੱਕੇ ਹੈਗੇ ਆ। US ਦੀ ਮਿਲਟਰੀ ਸੈਂਟਰਲ ਕਮਾਂਡ ਨੇ ਤਾਂ ਇਹ ਕਿਹਾ ਵੀ ਅਸੀਂ ਸਟ੍ਰਾਈਕ ਇਸ ਕਰਕੇ ਕੀਤੀ ਆ ਸੈਚਰਡੇ ਤੇ ਸੰਡੇ ਗੈਰੁਕ ਤੇ ਕੌਸ਼ਮ ਆਈਲੈਂਡ 'ਚ, ਕਿਉਂਕਿ 에ਅਰ ਡਿਫੈਂਸ ਤੇ ਗਰਾਊਂਡ ਕੰਟਰੋਲ ਸਟੇਸ਼ਨ ਜੋ ਆ ਉਹਨਾਂ ਦਾ ਅਸੀਂ ਹਿੱਟ ਕੀਤਾ ਜੋ ਕਿ ਅਮਰੀਕਾ ਨੂੰ ਥ੍ਰੈਟ ਕਰ ਰਿਹਾ ਸੀ। ਤੇ ਈਰਾਨ ਵਾਲੇ ਕਹਿ ਰਹੇ ਆ ਵੀ ਅਮਰੀਕਾ ਵਾਲੇ ਬਾਰ-ਬਾਰ ਇਹ ਕਰ ਰਿਹਾ ਸੀਜ਼ ਫਾਇਰ ਨੂੰ, ਤੇ ਅਸੀਂ ਟੋਟਲੀ ਇਹ CNBC ਰਿਪੋਰਟ ਕਰ ਰਿਹਾ ਕਿ ਕਿਸੇ ਤਰ੍ਹਾਂ ਦੀ ਵੀ ਜਿਹੜੀ ਨੈਗੋਸ਼ੀਏਸ਼ਨ ਆ USA ਦੇ ਨਾਲ ਉਹ ਬੰਦ ਕਰਨ ਜਾ ਰਹੇ ਆ, ਤੇ ਕੰਪਲੀਟਲੀ ਸਟੇਟ ਆਫ ਹਾਰਮੋਜ਼ ਨੂੰ ਬਲੌਕ ਕਰਨ ਜਾ ਰਹੇ ਆ। ਇਹ ਉੱਥੇ ਦਾ ਜਿਹੜਾ ਸਟੇਟ ਮੀਡੀਆ ਆ ਉਹ ਰਿਪੋਰਟ ਕਰ ਰਿਹਾ ਹੈਗਾ। ਸੋ ਇਹਨੂੰ ਟਰਾਂਸਲੇਟ ਕਰਕੇ CNBC ਨੇ ਪਾਇਆ ਹੈਗਾ, ਤੇ ਉਹਦੇ 'ਚ ਜੋ ਈਰਾਨ ਵਾਲੇ ਆ ਉਹ ਇਹ ਕਹਿ ਰਹੇ ਆ ਵੀ ਨੋ ਡਾਇਲੋਗ ਵਿਲ ਟੇਕ ਪਲੇਸ, ਕਿਸੇ ਤਰ੍ਹਾਂ ਦੀ ਵੀ ਜਿਹੜੀ ਗੱਲਬਾਤ ਨਹੀਂ ਹੋਊਗੀ ਅਨਲੈਸ ਕਿ ਜੋ ਇਜ਼ਰਾਈਲ ਵਾਲੇ ਆ ਉਹ ਲੈਬਨਾਨ ਤੋਂ ਬਾਹਰ ਨਿਕਲਦੇ ਹੈਗੇ ਆ। ਤੇ ਈਰਾਨ ਵਾਲੇ ਇਹ ਕਹਿੰਦੇ ਆ ਵੀ ਬਾਰ-ਬਾਰ ਅਮਰੀਕਾ ਵਾਲੇ ਇਸ ਨੂੰ ਜਿਹੜਾ ਸੀਜ਼ ਫਾਇਰ ਨੂੰ ਇੱਕ ਤਰ੍ਹਾਂ ਦੇ ਨਾਲ ਤੋੜ ਰਹੇ ਆ, ਤੇ ਇਸ ਕਰਕੇ ਹੁਣ ਸਾਡੀ ਕੋਈ ਵੀ ਜਿਹੜੀ ਨੈਗੋਸ਼ੀਏਸ਼ਨ ਆ ਉਹ ਨਹੀਂ ਹੋਊਗੀ। ਜੀ, ਬਿਲਕੁਲ। ਸੋ ਉਧਰ ਜਿਹੜਾ ਹਰਜੋਤ ਸਿੰਘ ਜੀ ਇਰਾਨ ਨੇ ਧਮਕੀ ਦਿੱਤੀ ਆ ਨਦਰਨ ਇਜ਼ਰਾਈਲੀ ਰੈਜ਼ੀਡੈਂਟਸ ਨੂੰ, ਕਹਿੰਦੇ ਵੀ ਜੇ ਇਜ਼ਰਾਈਲ ਨੇ ਬੇਰੁੱਟ ਦੇ ਵਿੱਚ ਹਮਲਾ ਕੀਤਾ ਤਾਂ ਅਸੀਂ ਤੁਹਾਡੇ ਉੱਤੇ ਹਮਲਾ ਜਿਹੜਾ ਉਹ ਕਰਾਂਗੇ। ਫਰਾਂਸ ਨੇ ਇਜ਼ਰਾਈਲੀ ਅਧਿਕਾਰੀਆਂ ਨੂੰ ਯੂਰੋਸੈਟਰੀ ਡਿਫੈਂਸ ਐਗਜ਼ੀਬਿਸ਼ਨ ਦੇ ਵਿੱਚੋਂ ਬੈਨ ਉਹ ਕਰ ਦਿੱਤਾ ਹੈਗਾ। ਜਿਹੜੀ ਇਸ ਮਹੀਨੇ ਐਗਜ਼ੀਬਿਸ਼ਨ ਪੈਰਿਸ ਦੇ ਵਿੱਚ ਹੋਣੀ ਸੀਗੀ, ਇਜ਼ਰਾਈਲ ਦੇ ਡਿਫੈਂਸ ਮਿਨਿਸਟਰੀ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਜਿਹੜੀ ਉਹ ਦਿੱਤੀ ਹੈਗੀ ਆ। ਸੋ ਜਿਹੜੇ ਗਲਿਫਬਾਗ ਹੈਗੇ ਨੇ, ਮੁਹੰਮਦ ਬਗੇਰ ਗਲਿਫਬਾਗ, ਇਰਾਨ ਦੇ ਪਾਰਲੀਮੈਂਟ ਦੇ ਸਪੀਕਰ ਤੇ ਜਿਹੜੇ ਨੈਗੋਸ਼ੀਏਟਰ ਆ, ਉਹਨਾਂ ਨੇ ਇਹ ਜਿਹੜਾ ਅਕਿਊਜ਼ ਕੀਤਾ, US ਨੂੰ ਦੋਸ਼ ਲਾਇਆ ਵੀ ਇਹ ਜਿਹੜੀ ਸੀਜ਼ ਫਾਇਰ ਆ ਜੋ ਇਰਾਨ ਦੇ ਨਾਲ ਆ ਉਸ ਨੂੰ ਇਹ ਬਰੀਚ ਕਰ ਰਹੇ ਹੈਗੇ ਆ। ਸੋ ਕੁਵੈਤ ਦਾ ਤੁਸੀਂ ਜਿਹੜਾ ਹਰਜੋਤ ਸਿੰਘ ਜੀ ਆਲਰੇਡੀ
ਦੱਸ ਹੀ ਦਿੱਤਾ ਹੈ ਵੀ ਕੀ ਸਿਚੁਏਸ਼ਨ ਜਿਹੜੀ ਉਹ ਬਣੀ ਆ। ਉਧਰ ਰੋਇਟਰਸ ਇਹ ਰਿਪੋਰਟ ਕਰ ਰਿਹਾ ਹੈ ਵੀ ਈਰਾਨ ਦੇ ਦੁਆਰਾ ਜਿਹੜੇ ਮੈਸੇਜ ਐਕਸਚੇਂਜ ਕੀਤੇ ਜਾ ਰਹੇ ਸੀ ਯੂਐਸ ਦੇ ਨਾਲ, ਉਹਨਾਂ ਨੇ ਰੋਕ ਦਿੱਤਾ ਆ ਤੇ ਹਾਰਮੁਜ਼ ਨੂੰ ਬਲੌਕ ਕਰਨਗੇ। ਇਹ ਜਿਹੜੀ ਇੱਕ ਤੈਸਨੀਮ ਨਿਊਜ਼ ਏਜੰਸੀ ਆ, ਉਸਨੇ ਜਾਣਕਾਰੀ ਦਿੱਤੀ ਹੈ। ਈਰਾਨ ਦੀ ਜਿਹੜੀ ਨਿਊਜ਼ ਏਜੰਸੀ ਹੈਗੀ ਆ। ਲੈਬਨਾਨ ਦੇ ਉੱਤੇ ਹਮਲੇ ਤੇਜ਼ ਹੋਣ ਤੋਂ ਬਾਅਦ ਦੇ ਵਿੱਚ ਜਿਹੜੇ ਡਿਪਲੋਮੈਟਿਕ ਐਫਰਟਸ ਜੇ ਚੱਲ ਰਹੇ ਸੀ ਯੁੱਧ ਨੂੰ ਖਤਮ ਕਰਨ ਵਾਲੇ, ਉਹ ਲੱਗਦਾ ਵੀ ਹਾਲ ਦੀ ਘੜੀ ਸਾਈਡ ਲਾਈਨ ਹੋ ਗਏ ਨੇ ਤੇ ਦੂਜੇ ਪਾਸੇ ਦੁਬਾਰਾ ਇਹ ਜਿਹੜੀ 3 ਮਹੀਨੇ ਪੁਰਾਣੀ ਲੜਾਈ ਆ, ਉਹ ਮੁੜ ਸ਼ੁਰੂ ਜਿਹੜੀ ਉਹ ਹੋ ਰਹੀ ਹੈ। ਕਿੰਨੇ ਕੁ ਦਿਨ ਇਸੇ ਤਰੀਕੇ ਦੇ ਨਾਲ ਚੱਲਦੀ ਰਹੂਗੀ, ਉਹ ਦੇਖਣ ਵਾਲੀ ਗੱਲ ਆ। ਬੀਤੇ ਵੀਕਐਂਡ ਦੇ ਉੱਤੇ ਵੀਕਐਂਡ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇਹ ਟਰੰਪ ਹੁਣਾਂ ਨੇ ਕਿਹਾ ਸੀਗਾ ਅਖੀਰਲੇ ਦਿਨਾਂ ਦੇ ਵਿੱਚ ਇਸ ਪਿਛਲੇ ਵੀਕ ਦੇ ਵੀ ਮੇਰੀ ਅਖੀਰਲੀ ਰਾਏ ਹੋਊਗੀ, ਅੰਤਿਮ ਰਾਏ ਮੈਂ ਲਊਂਗਾ ਵੀ ਇਹ ਜਿਹੜੀ ਡੀਲ ਆ ਉਹ ਸਿਰੇ ਚੜ੍ਹਦੀ ਆ ਜਾਂ ਨਹੀਂ। ਸੋ ਲੱਗਦਾ ਨਹੀਂ ਆ ਵੀ ਸਿਰੇ ਚੜ੍ਹੀ ਆ, ਤਾਂ ਹੀ ਕਰਕੇ ਆਪਾਂ ਦੇਖ ਰਹੇ ਹਾਂ ਵੀ ਇਹ ਜਿਹੜੀ ਸਿਚੁਏਸ਼ਨ ਆ ਇੱਥੇ ਤੱਕ ਪਹੁੰਚ ਜਿਹੜੀ ਉਹ ਗਈ ਹੈਗੀ ਆ। ਸੋ ਉਧਰ ਹਜ਼ਬੁੱਲਾ ਵਾਲੇ ਇਜ਼ਰਾਈਲ ਵਾਲਿਆਂ ਨੂੰ ਹਮਲਾ ਜਿਹੜਾ ਉਹ ਕਰਨ ਦੀ ਧਮਕੀ ਜਿਹੜੀ ਉਹ ਦੇ ਰਹੇ ਆ। ਸਟੇਟ ਆਫ ਹਾਰਮੁਜ਼ ਦੇ ਵਿੱਚ ਮਾਹੌਲ ਅਜੇ ਵੀ ਜਿਹੜਾ ਹਰਜੋਤ ਸਿੰਘ ਜੀ ਰੁਕਿਆ ਪਿਆ ਆ, ਕੋਈ ਅੱਗੇ ਨੂੰ ਗੱਲ ਵੱਧਦੀ ਨਜ਼ਰ ਨਹੀਂ ਆ ਰਹੀ ਹੈਗੀ। ਸੋ ਜਿਹੜੀਆਂ ਟੈਨਸ਼ਨਸ ਆ, ਵਾਰ ਦੀਆਂ ਜਿਹੜੀਆਂ ਟੈਨਸ਼ਨਸ ਆ, ਉਹ ਫਿਰ ਤਾਂ ਨੂੰ ਜਿਹੜੀਆਂ ਉਹ ਅੱਗੇ ਵੱਲ ਨੂੰ ਜਿਹੜੀਆਂ ਉਹ ਵੱਧ ਰਹੀਆਂ ਆ। ਕੁਵੈਤੀ ਜਿਹੜੇ ਇਸ ਟਾਈਮ ਸਭ ਤੋਂ ਜ਼ਿਆਦਾ ਜਿਹੜੇ ਹਰਜੋਤ ਸਿੰਘ ਜੀ ਡਰੇ ਜਿਹੜੇ ਹੋਏ ਆ। ਉਧਰ ਲੈਬਨਾਨ ਦੇ ਬੈਰੂਤ ਸ਼ਹਿਰ ਦੀ ਜਿੱਦਾਂ ਆਪਾਂ ਦੱਸਿਆ ਵੀ ਈਰਾਨ ਵਾਲਿਆਂ ਨੇ ਧਮਕੀ ਜਿਹੜੀ ਉਹ ਦਿੱਤੀ ਹੈ ਜੇ ਤੁਸੀਂ ਉੱਥੇ ਹਮਲਾ ਕੀਤਾ, ਪਰ ਬੈਰੂਤ ਦੇ ਵਿੱਚੋਂ ਹੇੜਾਂ ਦੀਆਂ ਹੇੜਾਂ, ਲੈਣਾਂ ਦੀਆਂ ਲੈਣਾਂ, ਗੱਡੀਆਂ ਹੀ ਜਿਹੜੀਆਂ ਉਹ ਬਾਹਰ ਜਾਣ ਦੇ ਲਈ ਲੱਗੀਆਂ ਹੋਈਆਂ ਆ। ਸੋ ਇਹ ਜਿਹੜੀ ਸਿਚੁਏਸ਼ਨ ਉਹ ਬਣੀ ਪਈ ਆ। ਬੇਰੂਤ ਦੇ ਜਿਹੜੇ ਇਰਦ ਗਿਰਦ ਦੇ ਵੱਡੇ ਸ਼ਹਿਰ ਤੇ ਆਲੇ ਦੁਆਲੇ ਜਿਹੜੇ ਹੋਰ ਛੋਟੇ ਮੋਟੇ ਜਿਹੜੇ ਸਬਰਬਸ ਹੁੰਦੇ ਆ, ਉਹ ਵੀ ਜਿਹੜੇ ਉਹ ਭੱਜ ਰਹੇ ਆ ਤੇ ਕਹਿੰਦੇ ਵੀ ਲੋਕ ਜਿੱਥੇ ਵੀ ਟੈਂਟ ਲਾਉਣ ਦੀ ਉਹਨਾਂ ਨੂੰ ਥਾਂ ਮਿਲ ਰਹੀ ਆ, ਬਸ ਉੱਥੋਂ ਨਿਕਲ ਕੇ ਹੋਰ ਇਲਾਕਿਆਂ 'ਚ ਜਾ ਕੇ ਜਿਹੜਾ ਟੈਂਟ ਆ ਉਹ ਲਾ ਕੇ ਉੱਥੇ ਰਹਿਣ ਦੀ ਕਵਾਇਦ ਦੇ ਵਿੱਚ ਲੱਗੇ ਜਿਹੜੇ ਉਹ ਹੋਏ ਹੈਗੇ ਆ। ਉਧਰ ਕਤਰ ਤੇ ਜਿਹੜੇ ਸਵਿਟਜ਼ਰਲੈਂਡ ਆ, ਕਤਰ ਦੇ ਜਿਹੜੇ ਪ੍ਰਾਈਮ ਮਿਨਿਸਟਰ ਤੇ ਫੋਰਨ ਮਿਨਿਸਟਰ ਸ਼ੇਖ ਮੁਹੰਮਦ ਬਿਨ ਅਬਦੁਲ ਰਹਿਮਾਨ ਤੇ ਉਧਰ ਜਿਹੜੇ ਸਵਿਟਜ਼ਰਲੈਂਡ ਦੇ ਜਿਹੜੇ ਅਧਿਕਾਰੀ ਆ ਡਿਪਾਰਟਮੈਂਟ ਆਫ ਫੋਰਨ ਅਫੇਅਰਸ ਦੇ ਜਿਹੜੇ ਹੈੱਡ ਨੇ, ਉਹਨਾਂ ਨੇ ਕਿਹਾ ਵੀ ਜਿਹੜੇ ਯੂਐਸ ਤੇ ਈਰਾਨ ਦੇ ਮੀਡੀਏਸ਼ਨ ਐਫਰਟਸ ਚੱਲ ਰਹੇ ਆ, ਗੱਲਬਾਤ ਜੋ ਚੱਲ ਰਹੀ ਆ, ਉਹਦਾ ਉਹ ਸਮਰਥਨ ਜਿਹੜੇ ਉਹ ਕਰਨਗੇ। ਯੂਐਸ ਦੋਸ਼ ਲਾ ਰਿਹਾ ਹਜ਼ਬੁੱਲਾ ਦੇ ਉੱਤੇ ਵੀ ਉਹਨਾਂ ਨੇ ਜਿਹੜੀ ਇਜ਼ਰਾਈਲ ਤੇ ਲੈਬਨਾਨ ਦੀ ਜਿਹੜੀ ਸੀਜ਼ਫਾਇਰ ਆ ਉਸ ਨੂੰ ਉਹਨਾਂ ਨੇ ਭੰਗ ਜਿਹੜਾ ਉਹ ਕੀਤਾ ਹੈਗਾ ਆ। ਇੱਕ ਕਾਰਗੋ ਵੈਸਲ ਜਿਹੜਾ ਕਿ ਗਲਫ ਦੇ ਵਿੱਚ ਟਰੈਵਲ ਕਰ ਰਿਹਾ ਸੀ, ਉਸ ਦੇ ਉੱਤੇ ਇੱਕ ਪ੍ਰੋਜੈਕਟਾਈਲ ਵੱਜਿਆ ਆ। ਹੋ ਸਕਦਾ ਵੀ ਉਹ ਡਰੋਨ ਹੋਵੇ, ਅਨਨੋਨ ਪ੍ਰੋਜੈਕਟਾਈਲ ਉਸ ਨੂੰ ਦੱਸਿਆ ਜਾ ਰਿਹਾ, ਜਿਹਦੇ ਕਰਕੇ ਕਹਿੰਦੇ ਵੀ ਵੱਡਾ ਧਮਾਕਾ ਜਿਹੜਾ ਉਹ ਹੋਇਆ ਆ। ਕਸਰ ਇਰਾਕ ਤੋਂ 40 ਨੌਟੀਕਲ ਮਾਈਲ ਜਾਂ ਤਕਰੀਬਨ 74 ਕਿਲੋਮੀਟਰ ਦੂਰ ਇਹ ਧਮਾਕਾ ਉਸ ਦੇ ਵਿੱਚ ਹੋਇਆ ਆ। ਯੂਨਾਈਟਿਡ ਕਿੰਗਡਮ ਮੈਰੀਟਾਈਮ ਟ੍ਰੇਡ ਆਪਰੇਸ਼ਨ ਵਾਲਿਆਂ ਨੇ ਇਸ ਦੀ ਜਿਹੜੀ ਉਹ ਜਾਣਕਾਰੀ ਜਿਹੜੀ ਉਹ ਦਿੱਤੀ ਹੈਗੀ ਆ। ਸੋ ਹਰਜੋਤ ਸਿੰਘ ਜੀ ਹਾਲ ਦੀ ਘੜੀ ਜਿਹੜੀ ਲੜਾਈ ਰੁਕ ਜਾਊਗੀ, ਇਸ ਦੀ ਸੰਭਾਵਨਾ ਦੇ ਉੱਤੇ ਤਲਵਾਰ ਹੀ ਜਿਹੜੀ ਉਹ ਲਟਕ ਰਹੀ ਹੈਗੀ ਆ। ਪਜ਼ੈਸ਼ਕੀਅਨ ਜਿਹੜੇ ਪ੍ਰੈਜ਼ੀਡੈਂਟ ਹੈਗੇ ਨੇ ਈਰਾਨ ਦੇ, ਉਹਨਾਂ ਨੇ ਕਿਹਾ ਵੀ ਮੈਰੀਟਾਈਮ ਟ੍ਰੈਫਿਕ ਦੇ ਲਈ ਉਹ ਫੁਲੀ ਪ੍ਰੀਪੇਅਰਡ ਨੇ। ਉਹਨਾਂ ਨੇ ਜਾਪਾਨ ਦੀ ਜਿਹੜੀ ਪ੍ਰਾਈਮ ਮਿਨਿਸਟਰ ਸਾਨੇ ਤਾਕਾਚੀ, ਉਹਨਾਂ ਨੂੰ ਜਿਹੜਾ ਉਹ ਦੱਸਿਆ ਹੈਗਾ ਆ। ਇਹ ਕਹਿੰਦੇ ਵੀ ਇੱਕ ਫੋਨ ਕਾਲ ਚੱਲ ਰਹੀ ਸੀ ਜਿਹੜੀ ਜਾਪਾਨ ਦੀ ਇਹ ਪ੍ਰਾਈਮ ਮਿਨਿਸਟਰ ਤੇ ਈਰਾਨ ਦੇ ਜਿਹੜੇ ਪ੍ਰੈਜ਼ੀਡੈਂਟ ਮਸੂਦ ਪਜ਼ੈਸ਼ਕੀਅਨ, ਉਹਨਾਂ ਦੇ ਜਿਹੜੇ ਉਹ ਦਰਮਿਆਨ। ਸੋ ਇਹ ਹੁਣ ਦੇਖੋ ਵੀ ਅੱਗੇ ਕਿਸ ਤਰੀਕੇ ਦੇ ਨਾਲ ਬਣਦਾ ਆ। ਉਧਰ ਇਜ਼ਰਾਈਲ ਵਾਲੇ ਕਹਿ ਰਹੇ ਆ ਵੀ ਲਬਨਾਨ ਦੇ ਵੱਲੋਂ 3 ਜਿਹੜੇ ਪ੍ਰੋਜੈਕਟਾਈਲ, ਕੁਝ ਮਿਜ਼ਾਈਲਸ ਜਾਂ ਰਾਕਟ ਲਾਂਚਰ ਜਿਹੜੇ ਇੱਧਰ ਨੂੰ ਆ ਰਹੇ ਸੀਗੇ, ਉਹਨਾਂ ਨੂੰ ਉਹਨਾਂ ਨੇ ਰਸਤੇ ਦੇ ਵਿੱਚ ਇੰਟਰਸੈਪਟ ਕਰ ਲਿਆ ਹੈਗਾ ਆ। ਕਹਿੰਦੇ ਵੀ ਉੱਦਾਂ ਜੇ ਦੇਖਿਆ ਜਾਵੇ ਤਾਂ ਨੇਤਨਿਆਹੂ ਨੂੰ ਇਹ ਪਤਾ ਹੈਗਾ ਆ ਵੀ ਜੇ ਲੈਬਨਾਨ ਦੇ ਵਿੱਚ ਜਿਸ ਤਰੀਕੇ ਦੇ ਨਾਲ ਐਸਕੇਲੇਸ਼ਨ ਜਿਹੜੀ ਉਹ ਵੱਧ ਰਹੀ ਹੈਗੀ ਆ, ਵੀ ਉਹਦੇ ਨਾਲ ਜਿਹੜੀ ਯੂਐਸ ਤੇ ਈਰਾਨ ਦੀ ਗੱਲਬਾਤ ਆ ਉਸ ਉੱਤੇ ਮਾੜਾ ਅਸਰ ਪੈ ਸਕਦਾ ਆ। ਪਰ ਉਸ ਦੇ ਬਾਵਜੂਦ ਉਹ ਲੈਬਨਾਨ ਦੇ ਵਿੱਚ ਆਪਣਾ ਜਿਹੜਾ ਕਹਿ ਸਕਦੇ ਆ ਵੀ ਅੱਗੇ ਹਮਲਿਆਂ ਨੂੰ ਜਾਰੀ ਕਰ ਰੱਖਿਆ ਹੈ। ਜੀ ਬਿਲਕੁਲ। ਤੇ ਜਿਸ ਤਰ੍ਹਾਂ ਆਪਾਂ ਦੱਸਿਆ ਹੀ ਆ ਵੀ ਇੱਕ ਦੂਜੇ ਦੇ ਉੱਤੇ ਅਟੈਕ ਫਿਰ ਤਹਿਰਾਨ
ਤੇ ਅਮਰੀਕਾ ਵੱਲੋਂ ਸ਼ੁਰੂ ਹੋਏ ਆ ਵੀਕਐਂਡ ਦੇ ਦੌਰਾਨ ਤੇ ਗੱਲਬਾਤ ਇਰਾਨ ਦਾ ਮੀਡੀਆ ਜਿਹੜਾ ਇਹ ਕਹਿ ਰਿਹਾ ਵੀ ਅਸੀਂ ਗੱਲਬਾਤ ਜੋ ਆ ਉਹ ਟੋਟਲੀ ਬੰਦ ਕਰ ਦਿੱਤੀ ਹੈਗੀ ਆ। ਕੁਵੈਤ ਵਾਲੇ ਜਿਹੜੇ ਦੱਸ ਰਹੇ ਆ ਵੀ ਅੱਜ ਸਵੇਰੇ ਉਹਨਾਂ ਦੇ ਡਰੋਨ ਆਏ ਤੇ ਮਿਜ਼ਾਈਲ ਵੀ ਆਈਆਂ ਜਿਨ੍ਹਾਂ ਨੂੰ ਰੋਕਿਆ ਗਿਆ। ਇਰਾਨ ਦੇ ਪੈਰਾਮਿਲਟਰੀ ਰੈਵੋਲੂਸ਼ਨਰੀ ਗਾਰਡ ਉਹ ਅਮਰੀਕਾ ਦੇ ਅਟੈਕ ਜੋ ਹੈ ਉਹਦੇ ਉਲਟ ਉਹ ਆਪਣਾ ਐਕਸ਼ਨ ਕਰ ਰਹੇ ਸੀ। ਸੋ ਜੋ ਸੀਜ਼ਫਾਇਰ ਸੀ ਉਹ ਕਹਿੰਦੇ ਵੀ ਟੁੱਟਣ ਦੇ ਕਿਨਾਰੇ ਹੀ ਹੈਗਾ ਆ। ਫਰਾਈਡੇ ਨੂੰ ਟਰੰਪ ਹੋਣੀ ਮਿਲੇ ਸੀ ਆਪਣੇ ਐਡਵਾਈਜ਼ਰਸ ਦੇ ਨਾਲ ਤੇ ਉਹਦੇ ਵਿੱਚ ਤਾਂ ਉਹਨਾਂ ਨੇ ਇਹ ਕਿਹਾ ਸੀ ਵੀ ਸੀਜ਼ਫਾਇਰ ਆਪਾਂ ਐਕਸਟੈਂਡ ਕਰਨ ਜਾ ਰਹੇ ਹਾਂ ਤੇ ਸਟੇਟ ਨੂੰ ਓਪਨ ਕਰਨ ਜਾ ਰਹੇ ਹਾਂ, ਸਟੇਟ ਆਫ ਹਾਰਮੋਜ਼। ਪਰ ਇਰਾਨ ਵਾਲੇ ਹੁਣ ਇਹ ਕਹਿੰਦੇ ਆ ਵੀ ਅਸੀਂ ਉਹ ਨਹੀਂ ਅਸੀਂ ਖੋਲਣੀ ਹੈਗੀ ਕਿਉਂਕਿ ਤੁਸੀਂ ਜਿਹੜਾ ਸੀਜ਼ਫਾਇਰ ਆ ਉਸ ਨੂੰ ਵਾਇਲੇਟ ਕਰ ਰਹੇ ਹੈਗੇ ਆ। ਸੋ ਇਸ ਟਾਈਮ ਜਿਹੜੀ ਸਿਚੁਏਸ਼ਨ ਆ ਲੱਗਦਾ ਵੀ ਫਿਰ ਲੜਾਈ ਵਾਲੀ ਜਿਹੜੀ ਬਣਦੀ ਜਾ ਰਹੀ ਹੈਗੀ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਿਆ ਜਾਈਏ, ਕੱਲ ਵੀਕਐਂਡ ਦੇ ਉੱਤੇ ਯੂਐਸ ਤੇ ਦੁਬਾਰਾ ਇੱਕ ਕਥਿਤ ਤੌਰ ਦੇ ਉੱਤੇ ਜਿਹੜੀ ਡਰੱਗ ਬੋਟ ਆ ਉਸ ਉੱਤੇ ਫਿਰ ਸਟ੍ਰਾਈਕ ਕੀਤੀ ਗਈ। ਇਹ ਈਸਟਰਨ ਪੈਸੀਫਿਕ ਓਸ਼ਨ ਦੇ ਵਿੱਚ ਹੋਈ ਆ। ਇਸ ਹਫਤੇ ਦੀ ਕਹਿੰਦੇ ਵੀ ਇਹ ਚੌਥੀ ਸਟ੍ਰਾਈਕ ਸੀਗੀ ਤੇ ਇਸ ਸਟ੍ਰਾਈਕ ਦੇ ਵਿੱਚ ਇਸ ਹਮਲੇ ਦੇ ਵਿੱਚ 3 ਜਾਣੇ ਜਿਹੜੇ ਇਹ ਕਥਿਤ ਡਰੱਗ ਬੋਟ ਆ ਉਸ ਦੇ ਵਿੱਚ ਮਾਰੇ ਗਏ ਹੈਗੇ ਆ। ਸੋ ਫਾਰ ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ ਜੋ ਅਮਰੀਕਾ ਨੇ ਡਰੱਗ ਬੋਟਸ ਕਹਿ ਕੇ ਹਮਲੇ ਕੀਤੇ ਆ ਉਹਨਾਂ ਦੇ ਵਿੱਚ 200 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਆ। ਯੂਐਸ ਸਦਰਨ ਕਮਾਂਡ ਨੇ ਇਸ ਸਟ੍ਰਾਈਕ ਦੇ ਬਾਰੇ ਜਾਣਕਾਰੀ ਜਿਹੜੀ ਉਹ ਦਿੱਤੀ ਆ। ਕਹਿੰਦੇ ਵੀ engaged in narco trafficking operations ਦੇ ਵਿੱਚ engage ਕੀਤਾ ਜਿਨ੍ਹਾਂ ਨੂੰ ਡੈਜ਼ਿਗਨੇਟਿਡ ਟੈਰਰਿਸਟ ਆਰਗੇਨਾਈਜੇਸ਼ਨ ਗਰਦਾਨਿਆ ਹੋਇਆ ਆ। ਇਸ ਐਲੀਗੇਸ਼ਨ ਦਾ ਕੋਈ ਪ੍ਰੂਫ ਉਹਨਾਂ ਨੇ ਨਹੀਂ ਦਿੱਤਾ, ਬਸ ਹੀਅਰਸੇ ਦੇ ਆਧਾਰ ਦੇ ਉੱਤੇ ਉਹ ਕਹਿ ਕੇ ਉਹਨਾਂ ਨੇ ਇਸ ਦੇ ਉੱਤੇ ਹਮਲਾ ਜਿਹੜਾ ਉਹ ਕਰ ਦਿੱਤਾ ਹੈਗਾ ਆ। ਆਲਰੇਡੀ ਜਿਹੜੇ ਲੈਟਿਨ ਮੁਲਕਾਂ ਦੇ ਨਾਲ ਖਾਸ ਕਰਕੇ ਕੈਰੇਬੀਅਨ ਮੁਲਕਾਂ ਦੇ ਨਾਲ ਇਹਨਾਂ ਦੀ ਇਸ ਗੱਲੋਂ ਕਾਫੀ ਜ਼ਿਆਦਾ ਜਿਹੜੀ ਉਹ ਰਹੀ ਆ, ਖੜਕੀ ਪਈ ਆ ਵੀ ਇਹ ਕੀ ਚੱਕਰ ਜਿਹੜਾ ਉਹ ਚੱਲ ਰਿਹਾ ਹੈ ਵੀ ਤੁਸੀਂ ਕਿਸੇ ਵੀ ਬੋਟ ਨੂੰ ਡਰੱਗ ਬੋਟ ਕਹਿ ਕੇ ਉਹਦੇ ਤੇ ਅਟੈਕ ਕਰ ਰਹੇ ਆ ਤੇ 200 ਤੋਂ ਵੱਧ ਲੋਕ ਜਿਹੜੇ ਹਰਜੋਤ ਸਿੰਘ ਜੀ ਆਲਰੇਡੀ ਮਰ ਚੁੱਕੇ ਆ। ਪਿਛਲੇ ਸਾਲ ਸਤੰਬਰ ਮਹੀਨੇ ਦੇ ਵਿੱਚ ਇਹ ਜਿਹੜੇ ਹਮਲੇ ਆ ਉਹ ਸ਼ੁਰੂ ਕੀਤੇ ਗਏ ਸੀਗੇ। ਟਰੰਪ ਐਡਮਿਨਿਸਟ੍ਰੇਸ਼ਨ ਨੇ ਡਿਕਲੇਅਰ ਕਰ ਦਿੱਤਾ ਸੀ, ਐਲਾਨ ਕੀਤਾ ਸੀਗਾ ਵੀ ਯੂਐਸ ਆਰਮਡ ਕੌਨਫਲਿਕਟ ਦੇ ਵਿੱਚ ਹੈਗਾ ਆ। ਜਿਹੜੇ ਲੈਟਿਨ ਅਮਰੀਕਾ ਡਰੱਗ ਕਾਰਟਲਸ ਆ ਉਹਨਾਂ ਦੇ ਨਾਲ ਕਹਿੰਦੇ ਵੀ ਅਮਰੀਕਨ ਕਮਿਊਨਿਟੀਜ਼ ਦੇ ਵਿੱਚ ਜਿਹੜੇ ਨਸ਼ੀਲੇ ਪਦਾਰਥ ਇਹ ਸਮੁੰਦਰ ਦੇ ਜ਼ਰੀਏ ਇਹਨਾਂ ਬੋਟਸ ਦੇ ਜ਼ਰੀਏ ਡਰੱਗ ਬੋਟਸ ਦੇ ਜ਼ਰੀਏ ਲੈ ਕੇ ਆਉਂਦੇ ਆ ਤੇ ਅਸੀਂ ਇਹਨਾਂ ਨੂੰ ਇਸੇ ਤਰੀਕੇ ਦੇ ਨਾਲ ਰੋਕ ਤੇ ਜਿਹੜੇ ਉਹ ਰਵਾਂਗੇ। ਪਰ ਕੱਲ ਇੱਕ ਹੋਰ ਜਿਹੜੀ ਸਟ੍ਰਾਈਕ ਦੇ ਵਿੱਚ 3 ਜਾਣੇ ਜਿਹੜੇ ਮਾਰੇ ਆ ਤੇ ਹਫਤੇ 'ਚ 4 ਅਟੈਕ ਜਿਹੜੇ ਆ ਉਹ ਆਲਰੇਡੀ ਇਸ ਦੇ ਵਿੱਚ ਕਰ ਚੁੱਕੇ ਆ ਤੇ ਕੁੱਲ ਮਿਲਾ ਕੇ 205 ਜਾਣਿਆਂ ਦੀਆਂ ਸਤੰਬਰ ਮਹੀਨੇ ਤੋਂ ਸ਼ੁਰੂ ਹੋਈਆਂ ਇਹਨਾਂ ਬੋਟਸ ਦੇ ਉੱਤੇ ਹਮਲਿਆਂ ਦੇ ਉੱਤੇ ਮਾਰੇ ਜਾ ਚੁੱਕੇ ਆ। ਸੈਨੇਟ ਮਾਈਨੋਰਟੀ ਲੀਡਰ ਚੱਕ ਸ਼ੂਮਰ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਡੈਮੋਕ੍ਰੇਟ ਆ ਉਹ ਰਿਪਬਲਿਕਨਸ ਨੂੰ ਫੋਰਸ ਕਰੂਗੇ ਵੀ ਵੋਟ ਪਾਓ ਕੰਟਰੋਵਰਸ਼ੀਅਲ ਵੈਪਨਾਈਜੇਸ਼ਨ ਲੀਗਲ ਫੰਡ ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਪੁਸ਼ ਕਰ ਰਹੇ ਹੈਗੇ ਆ। ਇਹ ਜਿਹੜਾ ਫੰਡ ਆ ਇਹ ਕੰਪਨਸੇਸ਼ਨ ਆ ਉਹਨਾਂ ਵਿਕਟਮਸ ਦੇ ਲਈ। ਕਹਿੰਦੇ ਭਈ ਦ ਐਡਮਿਨਿਸਟ੍ਰੇਸ਼ਨ ਕਾਜ਼ ਲਾਫੇਅਰ ਜਿਹੜੇ ਕਿ ਪੋਲੀਟੀਕਲ ਫਲੈਸ਼ ਪੁਆਇੰਟ ਬਣੇ ਕੈਪੀਟਲ ਹਿੱਲ ਤੇ ਜਦ ਕਿ ਸ਼ਰੇਆਮ ਪਤਾ ਵੀ ਉਹਨਾਂ ਨੇ ਉਸ ਟਾਈਮ ਦੇ ਉੱਤੇ ਅਟੈਕ ਕੀਤਾ ਸੀਗਾ। ਰਿਪਬਲਿਕਨਸ ਨੇ ਵੀ ਕਈਆਂ ਨੇ ਇਸ ਜਿਹੜਾ ਇਹ ਫੰਡ ਆ ਉਹਦਾ ਵਿਰੋਧ ਕੀਤਾ ਹੈਗਾ ਤੇ ਡੈਮੋਕ੍ਰੇਟ ਜਿਹੜੇ ਆ ਉਹ ਹੁਣ ਇਹਦੇ ਤੇ ਜਿਹੜਾ ਵੋਟ ਪਾਉਣਾ ਚਾਹੁੰਦੇ ਹੈਗੇ ਆ ਕਿ ਕਿਹੜਾ ਕਾਂਗਰਸਮੈਨ ਇਹਦੇ ਹੱਕ 'ਚ ਆ ਤੇ ਕਿਹੜਾ ਕਾਂਗਰਸਮੈਨ ਅਗੇਂਸਟ ਹੈਗਾ। ਸੈਨੇਟ ਮਿਨੋਰਟੀ ਲੀਡਰ ਚੱਕ ਸ਼ੂਮਰ ਨੇ ਇਹ ਕਿਹਾ ਕਿ ਡੈਮੋਕ੍ਰੇਟ ਫੋਰਸ ਕਰੂਗੇ ਰਿਪਬਲਿਕਨਸ ਨੂੰ ਇਸ ਕੰਟਰੋਵਰਸ਼ੀਅਲ ਵੈਪਨਾਈਜੇਸ਼ਨ ਐਂਡ ਲੀਗਲ ਰਿਲੀਫ ਫੰਡ ਜਿਹਨੂੰ ਕਿ ਪ੍ਰੈਜ਼ੀਡੈਂਟ ਟਰੰਪ ਹੁਣੀ ਪੁਸ਼ ਕਰ ਰਹੇ ਹੈਗੇ ਆ। ਸੋ ਉਹਦੇ ਉੱਤੇ ਇਸ ਹਫ਼ਤੇ ਜਿਹੜੀ ਆ ਡੈਮੋਕ੍ਰੇਟ ਪੂਰੀ ਜਿਹੜੀ ਕੋਸ਼ਿਸ਼ ਕਰਨਗੇ ਤਾਂ ਕਿ ਜਿਹੜਾ ਇਹ ਕਹਿੰਦੇ ਵੀ ਸਲਸ਼ ਫੰਡ ਆ ਇਸ ਨੂੰ ਕਿਲ ਕੀਤਾ ਜਾ ਸਕੇ ਤਾਂ ਕਿ ਇਹ ਆਵੇ ਹੀ ਨਾ। ਕਹਿੰਦੇ 1 ਸੈਂਟ ਗੋਜ਼ ਆਊਟ ਦਾ ਡੋਰ। ਸੋ ਸ਼ੂਮਰ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਵੀ ਸਾਡੇ ਕਲੀਗ ਹੈਗੇ ਆ ਚਾਹੇ ਉਹ ਡੈਮੋਕ੍ਰੇਟ ਆ ਚਾਹੇ ਉਹ ਰਿਪਬਲਿਕਨਸ ਆ ਉਹ ਜ਼ਰੂਰ ਇਸ ਦੇ ਉੱਤੇ ਵੋਟ ਕਰਨਗੇ। ਸੋ ਵਰਜੀਨੀਆ ਦੀ ਕੋਰਟ ਨੇ ਆਲਰੇਡੀ ਟੈਂਪਰੇਰੀਲੀ ਬਲੌਕ ਕਰ ਦਿੱਤਾ ਸੀ ਜਸਟਿਸ ਡਿਪਾਰਟਮੈਂਟ ਫਰੋਮ ਟੇਕਿੰਗ ਫਰਦਰ ਐਕਸ਼ਨ ਇਸ ਫੰਡ ਦੇ ਵਿੱਚ। ਪਰ ਰਿਪਬਲਿਕਨਸ ਜੋ ਆ ਉਹ ਹਜੇ ਵੀ ਪੂਰੀ ਕੋਸ਼ਿਸ਼ ਕਰ ਰਹੇ ਆ। ਸੋ ਹੁਣ ਦੇਖਦੇ ਆ ਜੇ ਇਹਦੇ ਤੇ VOTING ਹੁੰਦੀ ਆ ਤੇ ਉਹਦਾ ਰਿਜ਼ਲਟ ਕੀ ਆਉਂਦਾ ਹੈਗਾ।
ਜੀ ਹਰਜੋਤ ਸਿੰਘ ਜੀ, ਇਸ ਬਾਬਤ ਜਿਹੜੇ ਸਾਬਕਾ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਵੀ ਜਿਹੜਾ ਉਹ ਬਿਆਨ ਦਿੱਤਾ, ਕਹਿੰਦੇ ਵੀ ਇਹ ਟੋਟਲੀ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਆ, ਜਿਹੜੀ ਕਹਿੰਦੇ ਕੰਜ਼ਰਵੇਟਿਵ ਵੈਲਿਊਜ਼ ਤੋਂ ਬੜੀ ਪਰੇ ਜਿਹੜੀ ਉਹ ਹੋ ਚੁੱਕੀ ਆ। ਮਾਈਕ ਪੈਂਸ ਉਹਨਾਂ ਨੇ ਬਿਆਨ ਦਿੱਤਾ, ਲੈਟਸ ਗੈਟ ਰਿਡ ਆਫ ਦਿਸ ਫੰਡ, ਜਿਹੜਾ ਇਹ ਫਰੈਂਡਸ ਐਂਡ ਫੈਮਿਲੀ ਲਈ ਸਲਸ਼ ਫੰਡ ਟਰੰਪ ਉਹਨਾਂ ਨੇ ਬਣਾਇਆ ਆ ਤਕਰੀਬਨ 1.8 ਬਿਲੀਅਨ ਜਿਹੜਾ ਉਹ ਡਾਲਰ ਦਾ। ਕਹਿੰਦੇ ਵੀ ਇਹ ਡੀਪਲੀ ਓਫੈਂਸਿਵ ਆ, ਤੇ ਕਹਿੰਦੇ ਵੀ ਇਦਾਂ ਦੇ ਜਿਹੜੇ ਫੰਡ ਆ ਕੰਪਨਸੇਟ ਕਰਨਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਪੁਲਿਸ ਅਫਸਰਾਂ ਨੂੰ ਮਾਰਿਆ, ਕੈਪੀਟਲ ਨੂੰ ਵੈਂਡਲਾਈਜ਼ ਕੀਤਾ 6 ਜਨਵਰੀ ਵਾਲੇ ਦਿਨ। ਕਹਿੰਦੇ ਵੀ ਉਸ ਟਾਈਮ ਦੇ ਉੱਤੇ ਵੀ ਜਦ ਉੱਥੇ ਜ਼ਿਆਦਾ ਰਿਪਬਲਿਕਨਸ ਵੀ ਜਿਹੜੇ ਉਹ ਸੀਗੇ। ਸੋ ਇਹ ਕਹਿੰਦੇ ਵੀ ਬੜੀ ਇੱਕ ਮਾੜੀ ਜਿਹੜੀ ਉਹ ਗੱਲ ਵਾਪਰ ਰਹੀ ਹੈਗੀ ਆ। ਸੋ ਮਾਈਕ ਪੈਂਸ ਵੀ ਇਸ ਸਲਸ਼ ਫੰਡ ਦੇ ਉਲਟ ਜਿਹੜੇ ਉਹ ਆਏ ਹੈਗੇ ਆ। ਸੋ ਕਹਿੰਦੇ ਵੀ ਡੀਪਲੀ ਓਫੈਂਸਿਵ ਇਹ ਹੈਗਾ ਆ, ਤੇ ਨਾਲ ਉਹਨਾਂ ਨੇ ਇਹ ਵੀ ਜਿਹੜਾ ਉਹ ਕਿਹਾ ਵੀ ਉਹਨਾਂ ਨੇ ਪੈਕਸਟਨ ਵਾਲੇ ਮੁੱਦੇ ਦੇ ਉੱਤੇ ਵੀ ਬਿਆਨ ਜਿਹੜਾ ਉਹ ਦਿੱਤਾ। ਕਹਿੰਦੇ ਵੀ GOP ਹੈਜ਼ ਲੋਸਟ ਆਵਰ ਵੇ, ਤੇ ਕਹਿੰਦੇ ਪਰ ਡੈਮੋਕ੍ਰੇਟਸ ਤਾਂ ਉਹਨਾਂ ਦਾ ਤਾਂ ਦਿਮਾਗ ਹੀ ਖਰਾਬ ਹੋ ਗਿਆ ਆ। ਸੋ ਜਦੋਂ ਪੈਕਸਟਨ ਜਿਹੜਾ ਉਹ ਜਿੱਤਿਆ ਸੀ, ਉਸ ਦੇ ਬਾਬਤ ਜਿਸ ਦੇ ਜਿਹੜਾ ਕਿ ਕਈ ਫੈਲਨੀਜ਼ ਜਿਸ ਦੇ ਉੱਤੇ ਆਈਆਂ ਆ, ਉਹਨੇ ਇੱਕ ਆਪਣੇ ਸਾਥੀ ਨੂੰ ਮਹਿਜ 3 ਮਹੀਨੇ ਦੀ ਸਜ਼ਾ ਦਿੱਤੀ, ਜਿਹੜਾ ਕਿ ਨਾਬਾਲਗ ਦੇ ਨਾਲ ਕੁਕਰਮ ਕਰਦਾ ਜਿਹੜਾ ਹੋ ਰਿਹਾ ਆ। ਸੋ ਉਸ ਰੇਸ ਦੇ ਉੱਤੇ ਵੀ ਬਹੁਤ ਜ਼ਿਆਦਾ ਮਨੀ ਜਿਹੜੀ ਉਹ ਸਪੈਂਡ ਕੀਤੀ ਜਿਹੜੀ ਉਹ ਗਈ ਸੀਗੀ। ਸੋ ਮਾਈਕ ਪੈਂਸ ਇੱਕ ਵਾਰੀ ਫੇਰ ਖੁੱਲ ਕੇ ਟਰੰਪ ਪ੍ਰਸ਼ਾਸਨ ਦੀਆਂ ਇਹਨਾਂ ਕਾਰਵਾਈਆਂ ਦੇ ਉਲਟ ਆਣ ਖੜੇ ਹੈਗੇ ਆ। ਜੀ ਬਿਲਕੁਲ। ਸੋ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਹੋਰ ਕੀ ਕੁਝ ਵਾਪਰ ਰਿਹਾ ਹੈਗਾ ਉਹ ਤੁਹਾਡੇ ਨਾਲ ਡਿਸਕਸ ਕਰਾਂਗੇ, ਤੇ ਐਂਡ ਦੇ ਵਿੱਚ ਪ੍ਰੋਗਰਾਮ 'ਚ ਕਿਉਂਕਿ ਇਲੈਕਸ਼ਨਸ ਜਿਹੜੀਆਂ USA ਦੇ ਕੈਲੀਫੋਰਨੀਆ ਸਟੇਟ ਦੇ ਵਿੱਚ ਹੈਗੀਆਂ ਆ ਪ੍ਰਾਇਮਰੀ, ਉਹ ਕੱਲ੍ਹ ਦਾ ਲਾਸਟ ਡੇਟ ਆ। ਤੁਹਾਨੂੰ ਜਿਹੜਾ ਆਪਣਾ ਵੋਟਿੰਗ ਦਾ ਜਿਹੜਾ ਵੋਟ ਆ ਉਹ ਪਾਣੀ ਪੈਣੀ ਹੈਗੀ ਆ ਕੱਲ੍ਹ ਤੋਂ ਪਹਿਲਾਂ ਚਾਹੇ ਜਿਹੜੇ ਡ੍ਰੌਪ ਬਾਕਸ ਆ ਉੱਥੇ ਡ੍ਰੌਪ ਕਰੋ ਤਾਂ ਕਿ ਆਪਾਂ ਉਹਦੇ ਬਾਰੇ ਵੀ ਗੱਲ ਕਰਾਂਗੇ। ਸੋ ਬ੍ਰੇਕ ਤੋਂ ਬਾਅਦ 'ਚ ਜੁੜੇ ਰਹੋ ਏਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾਅ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914।
ਪੰਜਾਬੀ ਰੇਡੀਓ USA ਸੱਤੋਂ ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ, प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी टीवी USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। ਪੰਜਾਬੀ ਰੇਡੀਓ USA ਸੱਤੋਂ ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ, प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी टीवी USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। ਪੰਜਾਬੀ ਰੇਡੀਓ USA ਸੱਤੋਂ ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ब्रेक तो बाद एक बारी फिर आप सब का स्वागत है श्रोते प्रोग्राम अपडेट अमेरिका। हरजोत सिंह जी जी आਇਆਂ ਨੂੰ स्वागत है। सत श्री अकाल। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ।
ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਵੱਲ ਜੇ ਆਪਾਂ ਵੱਧਦੇ ਜਾਈਏ, ਇੱਕ ਲੇਟੈਸਟ ਪੋਲ ਆਈ ਹੈ ਜਿਸ ਦੇ ਵਿੱਚ ਇਕੋਨਮੀ ਨੂੰ ਲੈ ਕੇ ਖਾਸ ਕਰਕੇ ਤੇ ਰਾਸ਼ਟਰਪਤੀ ਟਰੰਪ ਦੇ ਲਈ ਨਾਟ ਸੋ ਗੁੱਡ ਆ। ਅਪਰੂਵਲ ਰੇਟਿੰਗ ਉਹਨਾਂ ਦੀ ਇਕੋਨਮੀ ਨੂੰ ਲੈ ਕੇ ਕਾਫੀ ਜ਼ਿਆਦਾ ਥੱਲੇ ਨੂੰ ਗਈ ਆ। 10 ਚੋਂ 7 ਜਾਣੇ ਡਿਸਅਪਰੂਵ ਕਰ ਰਹੇ ਨੇ ਟਰੰਪ ਹੁਣਾਂ ਦਾ ਜਿਸ ਤਰੀਕੇ ਦੇ ਨਾਲ ਉਹ ਇਕੋਨਮੀ ਨੂੰ ਲੈ ਕੇ ਕੰਮ ਜਿਹੜਾ ਉਹ ਕਰ ਰਹੇ ਆ। ਸੋ ਇਹ ਜਿਹੜਾ ਨਵਾਂ ਸਰਵੇ ਆਇਆ ਆ ਉਸ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਸਾਹਮਣੇ ਆਈਆਂ। ਇੱਕ CNBC ਦੀ ਆਲ ਅਮਰੀਕਾ ਇਕਨੋਮਿਕ ਸਰਵੇ ਆ, ਉਹਨਾਂ ਨੇ ਵੀ ਉਹਦੇ ਵਿੱਚ 60% ਰਿਸਪੋਂਡੈਂਟਸ ਆ ਉਹਨਾਂ ਨੇ ਟਰੰਪ ਦੀ ਜਿੱਦਾਂ ਹੈਂਡਲ ਕਰ ਰਹੇ ਇਕੋਨਮੀ ਨੂੰ ਉਸ ਨੂੰ ਲੈ ਕੇ ਡਿਸਅਪਰੂਵ ਕੀਤਾ। ਇੱਕ ਜਿਹੜੀ CNN ਦੀ ਆਈ ਆ ਉਹਦੇ ਵਿੱਚ 70% ਜਿਹੜਾ ਉਹ ਕਰ ਰਹੇ ਆ। ਸੋ ਓਵਰਆਲ ਲੋਕਾਂ ਦੇ ਮਨਾਂ ਦੇ ਵਿੱਚ ਖਾਸੀ ਜਿਹੜੀ ਕਹਿ ਲਓ ਵੀ ਨਿਰਾਸ਼ਾ ਜਿਹੜੀ ਉਹ ਹੈਗੀ ਆ, ਖਾਸ ਕਰਕੇ ਇਕੋਨਮੀ ਨੂੰ ਲੈ ਕੇ ਤੇ ਟਰੰਪ ਹੁਣਾਂ ਨੂੰ ਲੈ ਕੇ ਤਾਂ ਕਾਫੀ ਜ਼ਿਆਦਾ ਜਿਹੜਾ ਕਹਿ ਲਓ ਵੀ ਇਹਨਾਂ ਨੇ ਖਾਸ ਕਰਕੇ ਜਦੋਂ ਤੋਂ ਆਪਾਂ ਦੇਖਿਆ ਵੀ ਗੈਸ ਪ੍ਰਾਈਸਿਸ ਬਹੁਤ ਜ਼ਿਆਦਾ ਵਧੀਆਂ, ਉਹਦੇ ਕਰਕੇ ਮਹਿੰਗਾਈ ਦੇ ਉੱਤੇ ਜਿਹੜਾ ਅਸਰ ਪੈ ਰਿਹਾ, ਆਮ ਲੋਕਾਂ ਦਾ ਕਿਸ ਤਰੀਕੇ ਦੇ ਨਾਲ ਗੁਜ਼ਰ ਬਸਰ ਹੋ ਰਿਹਾ ਉਸ ਦਾ ਜਿਹੜਾ ਸਿੱਧਾ ਅਸਰ ਪੈ ਰਿਹਾ ਆ। ਇਹਦੇ ਕਰਕੇ ਹੀ ਆਪਾਂ ਜਿਹੜਾ ਉਹ ਦੇਖ ਰਹੇ ਆ ਵੀ ਇਹ ਜਿਹੜੀ ਸਿਚੁਏਸ਼ਨ ਆ ਉਹ ਇਸ ਟਾਈਮ ਇਦਾਂ ਦੀ ਜਿਹੜੀ ਉਹ ਬਣੀ ਆ ਵੀ ਲੋਕ ਜਿਹੜੇ ਲੇਟੈਸਟ ਸਰਵੇਸ ਦੇ ਪੋਲ ਦੇ ਵਿੱਚ ਇਕੋਨਮੀ ਨੂੰ ਲੈ ਕੇ ਨਿਰਾਸ਼ ਨਜ਼ਰ ਆ ਰਹੇ ਨੇ। ਜੀ ਬਿਲਕੁਲ। ਤੇਲ ਦੀਆਂ ਕੀਮਤਾਂ ਇੱਕ ਵਾਰੀ ਫੇਰ ਚੜ੍ਹਨੀਆਂ ਸ਼ੁਰੂ ਹੋ ਗਈਆਂ, ਖਾਸ ਕਰਕੇ ਕਰੂਡ ਆਇਲ ਦੀਆਂ। ਜਿਸ ਤਰ੍ਹਾਂ ਆਪਾਂ ਤੁਹਾਡੇ ਨਾਲ ਪਹਿਲੀ ਖਬਰ ਸਾਂਝੀ ਕੀਤੀ ਸੀ ਵੀ ਇਰਾਨ ਵਾਲੇ ਕਹਿ ਰਹੇ ਆ ਵੀ ਸਾਡੀ USA ਦੇ ਨਾਲ ਹੁਣ ਕੋਈ ਵੀ ਗੱਲਬਾਤ ਨਹੀਂ ਹੋਊਗੀ ਜਦੋਂ ਤੱਕ ਇਜ਼ਰਾਈਲ ਵਾਲੇ ਲੈਬਨਾਨ ਦੇ ਵਿੱਚ ਜਿਹੜਾ ਆ ਅਟੈਕ ਕਰਨੋਂ ਨਹੀਂ ਹਟਦੇ। ਪਲੱਸ ਅਮਰੀਕਾ ਵਾਲੇ ਜਿਹੜੀ ਆ ਸੀਜ਼ਫਾਇਰ ਨੂੰ ਜਿਹੜਾ ਆ ਬ੍ਰੇਕ ਕਰ ਰਹੇ ਹੈਗੇ ਆ। ਸੋ ਆਇਲ ਦੀਆਂ ਪ੍ਰਾਈਸਿਸ ਮੂਵਿੰਗ ਬੈਕ ਟੂ $100 ਪਰ ਬੈਰਲ ਤੇ ਅੱਜ ਬ੍ਰੈਂਟ ਆਇਲ ਜਿਹੜਾ ਆ $97.58 ਦੇ ਉੱਤੇ ਹੈਗਾ ਤੇ ਕਹਿੰਦੇ ਵੀ $100 ਵੱਧ ਨੂੰ ਇਹ ਵੱਧ ਰਿਹਾ ਹੈਗਾ। ਸੋ ਇਹਦਾ ਅਸਰ ਕਾਫੀ ਜ਼ਿਆਦਾ ਜਿਹੜਾ ਪੈ ਰਿਹਾ ਹੈਗਾ। ਫਸਟ ਟਾਈਮ ਪ੍ਰੈਜ਼ੀਡੈਂਟ ਟਰੰਪ ਹੁਣੀ ਜਿਹੜੇ ਉਹਨਾਂ ਦੇ ਕ੍ਰਿਟਿਕਸ ਆ ਉਹਨਾਂ ਨੂੰ ਇਹ ਕਹਿ ਰਿਹਾ ਵੀ ਚੁੱਪ ਕਰਕੇ ਪਿੱਛੇ ਬੈਠੋ ਤੇ ਰਿਲੈਕਸ ਹੋ, ਸਿਟ ਬੈਕ ਐਂਡ ਰਿਲੈਕਸ, ਤੇ ਇਹਦਾ ਜਿਹੜਾ ਰਿਜ਼ਲਟ ਹੈ ਕੁਛ ਨਾ ਕੁਛ ਨਿਕਲੂਗਾ। ਤੇ ਉਹਨਾਂ ਨੇ ਕਹਿੰਦੇ ਵੀ ਜੋ ਇਰਾਨ ਨਾਲ ਜੰਗ ਚੱਲ ਰਹੀ ਆ ਵਿਲ ਆਲ ਵਰਕ ਆਊਟ ਵੈਲ ਇਨ ਦਾ ਐਂਡ। ਸੋ ਇਹ ਉਹਨਾਂ ਨੇ ਆਪਣੇ ਜਿਹੜੇ ਕ੍ਰਿਟਿਕਸ ਆ ਉਹਨਾਂ ਦੇ ਲਈ ਸ਼ਬਦ ਵਰਤੇ ਹੈਗੇ ਆ। ਇਸਲਾਮਿਕ ਰੈਵੋਲੂਸ਼ਨਰੀ ਗਾਰਡ ਦੇ ਕਾਰਪ ਜਿਹੜੇ ਹੈਗੇ ਆ ਉਹ ਇਹ ਕਹਿੰਦੇ ਆ ਵੀ ਅਸੀਂ 에ਅਰਬੇਸ ਅਮਰੀਕਾ ਦੇ ਕੁਵੈਤ ਦੇ ਵਿੱਚ ਜਿਹੜੇ ਆ ਹਿੱਟ ਕੀਤੇ ਹੈਗੇ ਆ। ਸੋ ਜਿਹੜਾ ਲੀਡ ਸੋ ਇਹ ਜਿਹੜੀ ਸਿਚੁਏਸ਼ਨ ਹੈ ਇਹਦੇ ਚ ਪਾਕਿਸਤਾਨ ਕਿੱਥੇ ਆ ਹੁਣ ਇਹ ਪਤਾ ਨਹੀਂ ਚੱਲ ਰਿਹਾ ਹੈਗਾ, ਪਰ ਜੋ ਗੱਲਬਾਤ ਆ ਉਹ ਲੱਗਦਾ ਵੀ ਇੱਕ ਤਰ੍ਹਾਂ ਦੇ ਨਾਲ ਖੜ ਗਈ ਹੈਗੀ ਆ ਇਸ ਮਸਲੇ ਦੇ ਉੱਤੇ। ਜੀ ਬਿਲਕੁਲ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਹੋਰ ਖਬਰਾਂ ਦੇ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ ਕਿ ਸਿਚੁਏਸ਼ਨਸ ਜਿਹੜੀਆਂ ਇਸ ਟਾਈਮ ਨਾਲ ਦੇ ਨਾਲ ਦੁਨੀਆ ਭਰ ਦੇ ਵਿੱਚ ਚੱਲ ਰਹੀਆਂ ਆ। ਖਬਰ ਆ ਰਹੀ ਆ ਕੈਂਸਸ ਤੋਂ, ਕਹਿੰਦੇ ਵੀ ਜਿੱਥੇ ਹਜ਼ਾਰਾਂ ਹੀ ਜਿਹੜੇ ਪਰਿਵਾਰ ਆ ਕੈਂਸਸ ਦੇ ਵਿੱਚ ਉਹਨਾਂ ਨੂੰ ਜਿਹੜੀ ਫੂਡ ਅਸਿਸਟੈਂਸ ਆ ਉਹ ਲੂਜ਼ ਕਰ ਰਹੇ ਆ। ਕਹਿੰਦੇ ਵੀ ਨਵਾਂ ਫੈਡਰਲ ਰਿਕੁਆਇਰਮੈਂਟ ਜੋ ਹੈਗੀ ਆ ਪ੍ਰੋਗਰਾਮਸ ਦੇ ਵਿੱਚ ਵੀ ਕਿਹਨੂੰ ਜਿਹੜਾ ਉਹ ਮਿਲ ਸਕਦਾ ਆ ਉਹਦੇ ਬਾਰੇ ਆ। ਕੁਝ ਸਮਾਂ ਪਹਿਲਾਂ ਇਦਾਂ ਦੀ ਰਿਪੋਰਟ ਐਰੀਜ਼ੋਨਾ ਦੇ ਲਈ ਜਿਹੜੀ ਉਹ ਆਈ ਸੀ ਤੇ ਹੁਣ ਕੈਂਸਸ ਤੋਂ ਇਹ ਜਿਹੜੀ ਰਿਪੋਰਟ ਆ ਉਹ ਸਾਹਮਣੇ ਆ ਰਹੀ ਆ। ਕਹਿੰਦੇ ਵੀ 10,000 ਉੱਥੇ ਦੇ ਜਿਹੜੇ ਬੱਚੇ ਆ ਚਿਲਡਰਨ ਆ ਉਹਨਾਂ ਨੂੰ ਫੂਡ ਅਸਿਸਟੈਂਸ ਜਿਹੜਾ ਉਹ ਨਹੀਂ ਮਿਲੇਗਾ। ਸੋ ਕਹਿੰਦੇ ਵੀ ਇਹ ਜਿਹੜੀ ਸਿਚੁਏਸ਼ਨ ਆ ਉਹ ਇਸ ਟਾਈਮ ਸਾਹਮਣੇ ਜਿਹੜੀ ਉਹ ਬਣੀ ਆ। ਕਹਿੰਦੇ ਵੀ ਸਿਰਫ 57% ਕੈਂਸਸ ਦੇ ਲੋਕਾਂ ਨੇ ਵੋਟਾਂ ਪਾਈਆਂ ਸੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਤੇ ਫਿਰ ਉਹ ਤੋਂ ਬਾਅਦ 'ਚ ਜਿਹੜਾ ਵਨ ਬਿਗ ਬਿਊਟੀਫੁਲ ਬਿੱਲ ਪਾਸ ਹੋਇਆ ਆ ਉਹਦੇ ਕਰਕੇ ਕੁੱਲ ਮਿਲਾ ਕੇ 21,900 ਜਿਹੜੇ ਕੈਂਸਸ ਦੇ ਰਹਿਣ ਵਾਲੇ ਲੋਕ ਆ ਉਹਨਾਂ ਨੂੰ ਫੂਡ ਅਸਿਸਟੈਂਸ ਜਿਹੜੀ ਉਹ ਲੂਜ਼ ਕਰ ਗਏ, ਜਿਨ੍ਹਾਂ ਚੋਂ 10,000 ਬੱਚੇ ਜਿਹੜੇ ਉਹ ਸ਼ਾਮਲ ਹੈਗੇ ਨੇ। ਇਹ ਜੇ ਵੈਸੇ ਦੇਖਿਆ ਜਾਵੇ ਹਰਜੋਤ ਸਿੰਘ ਜੀ ਇਹ ਜਿਹੜਾ ਪੈਟਰਨ ਆ ਉਹ ਬਹੁਤ ਸਾਰੇ ਸੂਬਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਆ। ਸੋ ਹਜ਼ਾਰਾਂ ਹੀ ਲੋਕਾਂ ਦੇ ਲਈ ਇਹ ਜਿਹੜੀ ਅਸਿਸਟੈਂਸ ਆ ਉਹ ਘੱਟ ਹੋਈ ਆ। ਸੋ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਰੌਲਾ ਰੱਪਾ ਵੀ ਜਿਹੜਾ ਉਹ ਪੈ ਰਿਹਾ ਹੈਗਾ ਆ। ਪਰ ਕਿਉਂਕਿ ਵਨ ਬਿਗ ਬਿਊਟੀਫੁਲ ਬਿੱਲ ਜਿਹੜਾ HR1 ਬਿੱਲ ਸੀ ਉਹ ਪਾਸ ਹੋਇਆ ਸੀ ਜਿਸ ਦੇ ਤਹਿਤ ਜਿਹੜੇ ਟੈਕਸ ਕੱਟਸ ਆ ਅਮੀਰਾਂ ਦੇ ਲਈ ਉਹ ਵਧੇ ਸੀਗੇ ਤੇ ਇਮੀਗ੍ਰੇਸ਼ਨ ਐਨਫੋਰਸਮੈਂਟ ਦੇ ਲਈ ਉਹਨਾਂ ਨੇ 325
ਬਿਲੀਅਨ ਡਾਲਰ ਰੱਖਿਆ ਸੀਗਾ ਤੇ $1 ਟ੍ਰਿਲੀਅਨ ਜਿਹੜੇ ਸੇਫਟੀ ਨੈਟ ਪ੍ਰੋਗਰਾਮ ਜਿਨ੍ਹਾਂ 'ਚ ਮੈਡੀਕੇਡ ਤੇ ਸਨੈਪ ਸੀ ਉਹਦੇ ਵਿੱਚ ਜਿਹੜੀ ਉਹ ਕਟੌਤੀ ਕੀਤੀ ਸੀ। ਇਧਰੋਂ ਕੱਟ ਕਰਕੇ ਉਹ ਜਿਹੜੀ ਮਨੀ ਆ ਦੂਜੇ ਪਾਸੇ ਅਮੀਰਾਂ ਨੂੰ ਟੈਕਸ ਕੱਟ ਤੇ $325 ਬਿਲੀਅਨ ਦੀ ਜਿਹੜੀ ਇਮੀਗ੍ਰੇਸ਼ਨ ਐਨਫੋਰਸਮੈਂਟ ਤੇ ਡਿਫੈਂਸ ਦੇ ਉੱਤੇ ਸਪੈਂਡਿੰਗ ਜਿਹੜੀ ਉਹ ਕੀਤੀ ਜਿਹੜੀ ਉਹ ਜਾਣੀ ਸੀ ਤੇ ਹੁਣ ਉਸ ਦਾ ਜਿਹੜਾ ਅਸਰ ਆ ਉਹ ਗਰਾਊਂਡ ਲੈਵਲ ਤੇ ਦੇਖਣਾ ਸ਼ੁਰੂ ਹੋ ਗਿਆ ਆ ਕਿਉਂਕਿ ਰਿਕੁਆਇਰਮੈਂਟਸ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਜਿਹੜੀ ਉਹ ਚੇਂਜ ਹੋ ਚੁੱਕੀ ਹੈ। ਅਗਲੀ ਖਬਰ ਆਈਸ ਦੇ ਨਾਲ ਸੰਬੰਧਿਤ ਆ। ਬਹੁਤ ਸਾਰੇ ਲੋਕ ਜੋ ਪ੍ਰੋਟੈਸਟ ਕਰ ਰਹੇ ਆ ਨਿਊ ਜਰਸੀ ਦੇ ਵਿੱਚ ਇੱਕ ਆਈਸ ਫੈਸਿਲਿਟੀ ਆ ਉਹਦੇ ਆਪੋਜ਼ਿਟ ਉਹ ਕਹਿ ਰਹੇ ਆ ਵੀ ਇੱਥੇ ਜਿਹੜੀਆਂ ਕੰਡੀਸ਼ਨਸ ਆ ਲੋਕਾਂ ਦੀਆਂ ਜੋ ਰੱਖੇ ਗਏ ਆ ਉਹ ਜਾਨਵਰਾਂ ਨਾਲੋਂ ਵੀ ਬਦਤਰ ਹੈਗੀਆਂ ਆ। ਕਿਸੇ ਤਰ੍ਹਾਂ ਦੀ ਮੈਡੀਕਲ ਫੈਸਿਲਿਟੀ ਨਹੀਂ, ਖਾਣ ਪੀਣ ਨੂੰ ਨਹੀਂ ਦਿੱਤਾ ਜਾਂਦਾ, ਘੱਟ ਰਹਿਣ ਨੂੰ 50-50 ਜਾਣੇ ਇੱਕ ਰੂਮ 'ਚ ਰੱਖੇ ਹੋਏ ਹੈਗੇ ਆ। ਸੋ ਉੱਥੇ ਪ੍ਰੋਟੈਸਟ ਪਿਛਲੇ ਦਿਨਾਂ ਤੋਂ ਕਾਫੀ ਚੱਲ ਰਿਹਾ ਸੀ। ਇੱਕ ਉੱਥੇ ਕਾਂਗਰਸਮੈਨ ਵੀ ਗਿਆ ਸੀ, ਉਹਦੇ ਉੱਤੇ ਵੀ ਪੈਪਰ ਸਪਰੇਅ ਕੀਤੀ ਗਈ। ਹੁਣ ਇਹ ਖਬਰ ਆ ਰਹੀ ਆ ਵੀ ਦਰਜਨਾਂ ਦੇ ਕਰੀਬ ਲੋਕਾਂ ਨੂੰ ਅਰੈਸਟ ਕੀਤਾ ਗਿਆ ਕਿਉਂਕਿ ਨਿਊ ਜਰਸੀ ਦੇ ਜਿੱਥੇ ਇਹ ਡਿਲੈਨੇ ਹਾਲ ਹੈਗਾ ਜਿਹੜੀ ਇਹ ਫੈਸਿਲਿਟੀ ਆ ਉੱਥੇ ਕਰਫਿਊ ਲਾ ਦਿੱਤਾ ਗਿਆ ਸੀ ਕਿਉਂਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਪਹੁੰਚਣੇ ਸ਼ੁਰੂ ਹੋ ਗਏ ਸੀ। ਸੋ ਨਿਊਯਾਰਕ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜਿਹੜੀਆਂ ਵਾਇਲੈਂਟ ਕਲੈਸ਼ਸ ਹੋਈਆਂ, ਜਿਹੜੇ ਲੋਕਾਂ ਨੇ ਉੱਥੇ ਪੱਥਰਬਾਜੀ ਜਾਂ ਹੋਰ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ, ਲੋਕ ਉੱਥੇ ਹੈਲਮਟਸ ਦੇ ਨਾਲ, ਸ਼ੀਲਡਸ ਦੇ ਨਾਲ, ਗੈਸ ਮਾਸਕ ਦੇ ਨਾਲ ਪਹੁੰਚ ਗਏ ਸੀ। ਸੋ ਉਹਨਾਂ ਲੋਕਾਂ ਨੂੰ ਅਰੈਸਟ ਕੀਤਾ ਗਿਆ ਹੈਗਾ। ਨਿਊਯਾਰਕ ਪੋਸਟ ਦੇ ਜਰਨਲਿਸਟ ਨੇ ਦੱਸਿਆ ਆ ਵੀ 20 ਤੋਂ ਲੈ ਕੇ 25 ਲੋਕਾਂ ਨੂੰ ਉੱਥੇ ਜਿਹੜਾ ਅਰੈਸਟ ਕਰ ਲਿਆ ਗਿਆ ਹੈਗਾ ਆ ਤੇ 46 ਦੇ ਕਰੀਬ ਡਿਲੈਨੇ ਹਾਲ ਪ੍ਰੋਟੈਸਟਰ ਜਿਹੜੇ ਆ ਉਹ ਇੱਕ ਹੋਰ ਨਿਊਜ਼ਪੇਪਰ ਜਿਹੜਾ ਆ ਉਹ ਰਿਪੋਰਟ ਕਰ ਰਿਹਾ ਹੈਗਾ। ਬਹੁਤ ਸਾਰੇ ਲੋਕ YouTube ਦੇ ਉੱਤੇ ਵੀ ਵੀਡੀਓਜ਼ ਪਾ ਰਹੇ ਆ ਤੇ ਉੱਥੇ ਕਾਫੀ ਜ਼ਿਆਦਾ ਜਿਹੜੀ ਮਾਹੌਲ ਆ ਉਹ ਟੈਂਸ ਬਣਿਆ ਹੋਇਆ ਸੀ। ਇਸੇ ਕਰਕੇ ਉੱਥੇ ਜਿਹੜਾ ਕਰਫਿਊ ਲਾਇਆ ਗਿਆ ਸੀ ਪਰ ਫਿਰ ਵੀ ਲੋਕ ਉਹ ਕਰਫਿਊ ਨੂੰ ਤੋੜ ਕੇ ਵੀ ਜਿਹੜੇ ਪ੍ਰੋਟੈਸਟ ਕਰੀ ਜਾਂਦੇ ਸੀ ਤੇ ਹੁਣ ਕਹਿੰਦੇ ਵੀ 46 ਲੋਕਾਂ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਹੈਗਾ। ਜੀ ਤੇ ਹਰਜੋਤ ਸਿੰਘ ਜੀ ਜਿਹੜੀ ਬ੍ਰੇਕ ਤੋਂ ਪਹਿਲਾਂ ਤੁਸੀਂ ਗੱਲ ਕਰ ਰਹੇ ਸੀ ਇਲੈਕਸ਼ਨ ਨੂੰ ਜਿਹੜਾ ਉਹ ਲੈ ਕੇ ਉਹਦੇ ਬਾਰੇ ਵੀ ਆਪਾਂ ਜਿਹੜੀ ਗੱਲ ਕਰਦੇ ਜਾਈਏ ਤੇ ਇਹ ਜ਼ਰੂਰੀ ਆ ਜੀ ਸਾਰੇ ਜਾਣੇ ਵੋਟ ਜਿਹੜੀ ਉਹ ਪਾਓ। ਜ਼ਰੂਰੀ ਇਸ ਲਈ ਆ ਵੀ ਵੋਟ ਪਾਉਣ ਦਾ ਹੱਕ ਬੜਾ ਔਖਾ ਮਿਲਦਾ ਆ, ਬੜਾ ਔਖਾ ਜਿਹੜਾ ਉਹ ਮਿਲਿਆ ਆ ਤੇ ਉਹਦੇ ਦੀ ਜਿਹੜੀ ਉਹ ਤੁਹਾਨੂੰ ਜੋ ਰਾਈਟ ਮਿਲਿਆ ਆ ਹੁਣ ਉਹਨੂੰ ਡਿਊਟੀ ਸਮਝ ਕੇ ਉਸ ਨੂੰ ਜਿਹੜਾ ਤੁਸੀਂ ਫੁੱਲਫਿਲ ਕਰੋ, ਉਸ ਨੂੰ ਜਿਹੜਾ ਉਹ ਤੁਸੀਂ ਕਰੋ। ਇਹ ਬਹੁਤ ਜ਼ਿਆਦਾ ਜਿਹੜਾ ਉਹ ਲਾਜ਼ਮੀ ਇਸ ਦੇ ਵਿੱਚ ਹੈਗਾ ਆ। ਸੋ ਬਹੁਤ ਸਾਰੇ ਥਾਵਾਂ ਦੇ ਉੱਤੇ ਬੜੀਆਂ ਅਹਿਮ ਜਿਹੜੀਆਂ ਰੇਸਿਸ ਇਸ ਦੇ ਵਿੱਚ ਹੈਗੀਆਂ ਜਿਨ੍ਹਾਂ ਵਿੱਚ ਆਪਾਂ ਜੇ ਕੁਛ ਕੁ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਨਜ਼ਰ ਮਾਰਦੇ ਜਾਈਏ ਤਾਂ ਜੇ ਫਰੈਜ਼ਨੋ ਸਿਟੀ ਕੌਂਸਲ ਦੇ ਵਿੱਚ ਨੈਨਦੀਪ ਸਿੰਘ ਉਹ ਰਨ ਕਰ ਰਹੇ ਆ ਤੇ ਕਾਂਗਰਸ ਦੇ ਲਈ ਪ੍ਰਾਇਮਰੀ ਦੇ ਵਿੱਚ ਉਹ ਰਨ ਕਰ ਰਹੀ ਆ ਡਾਕਟਰ ਜਸਮੀਤ ਕੌਰ ਬੈਂਸ। ਸੋ ਕੁਛ ਕੁ ਆਪਣੀ ਕਮਿਊਨਿਟੀ ਦੇ ਲੋਕ ਜਸਮੀਤ ਬੈਂਸ ਦੀ ਵਿਰੋਧਤਾ ਦੇ ਵਿੱਚ ਵੀ ਜਿਹੜੇ ਉਹ ਆਏ ਆ ਉਹਨਾਂ ਨੂੰ ਜਿਹੜਾ ਉਹ ਦੇਖਣਾ ਚਾਹੀਦਾ ਹੈ। ਕੁਛ ਕੁ ਦਿਨ ਜਿਹੜੇ ਉਹ ਬਚੇ ਆ ਤੇ ਤੁਸੀਂ ਜ਼ੋਰ ਲਾ ਕੇ ਜਿਹੜਾ ਉਹ ਹੱਕ ਦੇ ਵਿੱਚ ਉਹਨਾਂ ਦੇ ਜਿਹੜੀ ਉਹ ਵੋਟ ਜਿਹੜੀ ਉਹ ਜ਼ਰੂਰ ਜਿਹੜੀ ਉਹ ਪਾਓ। ਸੋ ਜੇ ਕੋਈ ਆਪਣਾ ਉੱਥੇ ਪਹੁੰਚੂਗਾ ਫਿਰ ਹੀ ਜਿਹੜੀ ਉਹ ਗੱਲ ਹਰਜੋਤ ਸਿੰਘ ਜੀ ਕਰ ਸਕੂਗਾ ਤੇ ਉਹਨਾਂ ਦਾ ਟਰੈਕ ਰੈਕਡ ਇਸ ਚੀਜ਼ ਨੂੰ ਜਿਹੜਾ ਉਹ ਸ਼ੋਅ ਕਰਦਾ ਹੈ ਵੀ ਉਹ ਸਿੱਖ ਇਸ਼ੂਜ਼ ਤੇ ਆਪਣੇ ਆਮ ਲੋਕਾਂ ਦੇ ਜਿਹੜੇ ਇਸ਼ੂਜ਼ ਆ ਉਹਨਾਂ ਨੂੰ ਅੱਗੇ ਜਿਹੜੇ ਉਹ ਚੁੱਕਦੇ ਰਹੇ ਹੈਗੇ ਆ। ਇਸ ਬਾਬਤ ਹਰਜੋਤ ਸਿੰਘ ਜੀ ਆਪਣੇ ਨਾਲ ਗੱਲ ਕਰਨ ਦੇ ਲਈ ਇੰਦਰਜੀਤ ਸਿੰਘ ਜੀ ਵੀ ਜੁੜੇ ਆ, ਉਹ ਵੀ ਸ਼ਾਇਦ ਕੁਝ ਵਿਚਾਰ ਆਪਣੇ ਸਾਂਝੇ ਕਰਨਾ ਚਾਹੁੰਦੇ ਆ। ਹਾਂਜੀ ਇੰਦਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂਜੀ ਹਾਂਜੀ ਦੋਨੋਂ ਵੀਰਾਂ ਨੂੰ ਤੇ ਮੈਂ ਇਲਾਕਾ ਸੰਗਤ ਨੂੰ ਬੇਨਤੀ ਇਹ ਕਰਨਾ ਚਾਹੁੰਦਾ ਹਾਂ ਕਿ ਅੱਜ ਵੋਟ ਦਾ ਹੱਕ ਆਪਾਂ ਨੂੰ ਬਹੁਤ, ਜਿਵੇਂ ਤੁਸੀਂ ਜ਼ਿਕਰ ਕੀਤਾ ਸੀਗਾ ਵੀ ਬਹੁਤ ਔਖਾ ਮਿਲਿਆ ਸਾਡੇ ਬਾਬਿਆਂ ਨੇ ਇੱਥੇ ਆ ਕੇ, ਬਹੁਤ ਔਖੇ ਵੇਲੇ ਮਤਲਬ ਕਹਿ ਲਈਏ ਵੀ ਸਮਾਂ ਕੀਤਾ ਤੇ ਫਿਰ ਉਹਨਾਂ ਨੇ ਕਿੰਨੀ ਜਦੋਜਹਿਦ ਕੀਤੀ ਹੋਊਗੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਤੇ ਹੁਣ ਵੀ ਜਿਹੜੇ ਬੰਦੇ ਆਉਂਦੇ ਆ ਖੱਬੇ ਸੱਜੋਂ ਆਉਂਦੇ ਆ ਉਹ ਵੀ ਕਿੰਨਾ ਅੰਦਾਜ਼ਾ ਵੀ ਕਿੰਨਾ ਔਖਾ ਹੈਗਾ, ਸਿਟੀਜ਼ਨ ਤਾਂ ਬਣਨਾ ਬਹੁਤ ਦੂਰ ਦੀ ਗੱਲ ਹਜੇ, ਪਰ ਜਿਨ੍ਹਾਂ ਨੂੰ ਮਿਲਿਆ ਉਹ ਵੋਟ ਜ਼ਰੂਰ ਕਰਨ। ਅੱਜ ਮਤਲਬ ਸੋਮਵਾਰ ਹੈ ਤੇ ਸੋਮਵਾਰ ਅੱਜ ਤੇ ਕੱਲ੍ਹ ਦਾ ਦਿਨ ਹੋਰ ਹੈ, 2 ਦਿਨ ਹੀ ਹੈਗੇ ਆ ਵੋਟ ਤੁਹਾਡੇ ਨੂੰ ਭਰ ਕੇ। ਜੇ ਤੁਹਾਨੂੰ ਕਿਸੇ ਚੀਜ਼ ਦੀ ਹੈਲਪ ਚਾਹੀਦੀ ਆ, ਹੈਲਪ ਤੁਹਾਨੂੰ ਕਰ ਸਕਦੇ ਆ, ਬੱਚੇ ਹੈਲਪ ਕਰ ਸਕਦੇ ਆ। ਤੁਸੀਂ ਐਸਪੀਰੇਸ਼ਨ ਪਾਰਕ ਹੈਗਾ ਜਿੱਥੇ ਵੋਟ ਪੈ ਰਹੀ ਆ ਤੇ ਉਹ ਉੱਥੇ ਵੀ ਤੁਹਾਨੂੰ ਖੱਬੇ ਸੱਜੇ ਮਿਲ ਜਾਣਗੇ। ਉਹਦਾ ਐਡਰੈਸ ਜ਼ਰੂਰ ਮੈਂ ਸ਼ੇਅਰ ਕਰ ਦੇਣਾ ਤੇ ਐਡਰੈਸ ਹੈਗਾ ਜੀ 5770 ਵੈਸਟ ਗੈਟਿਸਬਰਗ ਐਵਨਿਊ
ਫ੍ਰੈਜ਼ਨੋ ਕੈਲੀਫੋਰਨੀਆ 93722। ਤੁਸੀਂ ਉੱਥੇ ਬੈਲਟ ਵੀ ਡ੍ਰੌਪ ਕਰ ਸਕਦੇ ਹੋ ਜੇ ਭਰ ਕੇ ਲਿਆਂਦਾ ਹੈਗਾ। ਜੇ ਭਰਨ ਵਾਲਾ ਹੈਗਾ ਤਾਂ ਵੀ ਉੱਥੇ ਤੁਸੀਂ ਉੱਥੇ ਜਾ ਕੇ ਹੈਲਪ ਉਹਨਾਂ ਤੋਂ ਲੈ ਸਕਦੇ ਹੋ ਤੇ ਉਹ ਤੁਹਾਨੂੰ ਹੈਲਪ ਕਰਨਗੇ। ਤੇ ਇੰਨੀ ਗੱਲ ਕਹਿ ਕੇ ਮੈਂ ਸ਼ਮਾ ਦਾ ਜਾਚਕ ਹਾਂ ਤੇ ਬਾਕੀ ਸਾਰਿਆਂ ਨੂੰ ਵੋਟ ਕਰਨਾ ਤੇ ਜ਼ਰੂਰ ਮਿਸ ਨਾ ਕਰਿਓ ਕੋਈ ਵੀ। ਜੇ ਖੱਬੇ ਸੱਜੇ ਗਏ ਹੋਏ ਹੋ ਪਲੀਜ਼ ਅੱਜ ਘਰੇ ਆਓ, ਇੱਕ ਦਿਨ ਦੀ ਛੁੱਟੀ ਕਰੋ ਤੇ ਡੈਫੀਨੇਟਲੀ ਇਹ ਤੁਸੀਂ ਇਹਦਾ ਆਪਸ਼ਨ ਯੂਜ਼ ਵਰਤ ਲਓ। ਇਹਨੂੰ ਬਸ ਇਹੀ ਕਹਿਣਾ ਚਾਹੁੰਦਾ ਸੀਗਾ ਜੀ। ਧੰਨਵਾਦ ਜੀ ਧੰਨਵਾਦ। ਸੋ ਸਰੋਤਿਆਂ ਨੂੰ ਦੱਸਦੇ ਜਾਈਏ, ਦੋ ਕੈਂਡੀਡੇਟ ਸਿਟੀ ਕੌਂਸਲ ਲਈ ਸਿਟੀ ਆਫ ਫ੍ਰਿਜ਼ਨੋ ਲਈ ਖੜੇ ਆ, ਨੈਨਦੀਪ ਸਿੰਘ ਤੇ ਨਵ ਗੁਰਮ। ਪਿਛਲੇ ਦਿਨਾਂ ਦੇ ਵਿੱਚ ਕਿਸੇ ਨੇ ਅਨੋਨੀਮਸ ਲੈਟਰ ਜਿਹੜਾ ਆ ਉਹ ਕੰਪਲੇਨ ਕੀਤਾ ਸੀ ਇਹਨਾਂ ਦੇ ਅਗੇਂਸਟ ਵੀ। ਦੇਖੋ ਜੀ ਇਹ ਟੈਰਰਿਜ਼ਮ ਨੂੰ ਸਪੋਰਟ ਕਰਦੇ ਆ ਤੇ ਇੱਕ ਤਰ੍ਹਾਂ ਦੇ ਨਾਲ ਜਿਹੜੇ ਆ ਇਲੀਗਲ ਜਿਹੜੇ ਟਰੱਕ ਡਰਾਈਵਰਸ ਆ ਉਹਨਾਂ ਦੇ ਲਈ ਇਹ ਫਾਈਟ ਕਰਦੇ ਆ। ਸੋ ਆਪਣੇ ਵੀ ਕਈ ਬੇਵਕੂਫ ਆ, ਉਹਨਾਂ ਨੇ ਇਹ ਜਿਹੜੀਆਂ ਖਬਰਾਂ ਸੀਗੀਆਂ ਉਹਨਾਂ ਨੂੰ ਗਾਹਾਂ ਪਹੁੰਚਾਇਆ। ਜਿਹੜੇ ਇਸ ਗੱਲ ਤੋਂ ਔਖੇ ਆ ਵੀ ਨੈਨਦੀਪ ਸਿੰਘ ਜਾਂ ਉਹਨਾਂ ਦੀ ਜਥੇਬੰਦੀ ਨੇ ਪੂਰੀ ਦੁਨੀਆ ਦੇ ਵਿੱਚ ਜੇ ਇੱਕੋ ਹੀ ਇੱਕ ਨਾਂ ਕਿਤੇ ਜਸਵੰਤ ਸਿੰਘ ਖਾਲੜਾ ਦੇ ਨਾਂ ਤੇ ਸ਼ਹੀਦ ਦੇ ਬਣੇ ਆ ਤੇ ਉਹ ਇਹੀ ਜ਼ਿੰਮੇਵਾਰ ਆ, ਇਹਨਾਂ ਨੇ ਹੀ ਬਣਾਇਆ। ਜੇ ਇਹ ਨਾ ਹੁੰਦੇ ਤਾਂ ਇਹ ਨਾਂ ਵਾਲਾ ਸਕੂਲ ਫ੍ਰਿਜ਼ਨੋ ਦੇ ਵਿੱਚ ਨਹੀਂ ਬਣਨਾ ਸੀ, ਨਾ ਹੀ ਪਾਰਕ ਹੋਣਾ ਸੀ। ਜੀ ਹਾਂ। ਸੋ ਬਾਅਦ ਦੇ ਵਿੱਚ ਕੀ ਹੋਇਆ ਤੇ ਸਿਟੀ ਅਟਾਰਨੀ ਨੇ ਕੱਲਾ ਇਹ ਨਹੀਂ ਕਿਹਾ ਵੀ ਇਹ ਗਲਤ ਹੈ, ਉਹਨਾਂ ਨੇ ਇਹ ਕਿਹਾ ਵੀ ਇਹ ਤਾਂ ਰੇਸਿਸਟ ਹੈਗੇ ਆ ਜਿਨ੍ਹਾਂ ਨੇ ਇਹ ਚਿੱਠੀ ਪਾਈ ਹੈਗੀ ਆ, ਟੋਟਲੀ ਗਲਤ ਹੈਗੀ ਆ। ਸੋ ਉਹਨਾਂ ਨੇ ਕਹਿੰਦੇ ਵੀ ਇਟਸ ਅ ਰੇਸਿਸਟ ਬਿਗਟਡ ਕੰਪਲੇਨ। ਸੋ it holds no merit, but frankly the language used in the complaint is disgusting. So ਆਪਣੇ ਲੋਕਾਂ ਨੂੰ ਵੀ ਧਿਆਨ ਕਰਨਾ ਚਾਹੀਦਾ ਹੈਗਾ। ਇਹ ਨਹੀਂ ਵੀ ਜੇ ਤੁਸੀਂ ਅਗਲੇ ਨਾਲ ਐਗਰੀ ਨਹੀਂ ਕਰਦੇ ਤਾਂ ਵਿਰੋਧ ਚ ਤੁਸੀਂ ਜੋ ਮਰਜ਼ੀ ਝੂਠੀਆਂ ਖਬਰਾਂ ਲੱਭ ਕੇ ਤਾਂ ਅੱਗੇ ਕਰੀ ਜਾਓ। ਇਸੇ ਤਰ੍ਹਾਂ ਜਸਮੀਤ ਕੌਰ ਬੈਂਸ ਦੀ ਆ। ਜਸਮੀਤ ਕੌਰ ਬੈਂਸ ਹੁਣ ਉਹ ਕਾਂਗਰਸ ਦੇ ਲਈ ਲੜ ਰਹੇ ਹੈਗੇ ਆ। ਉਹਨਾਂ ਦਾ ਬਹੁਤਾ ਏਰੀਆ ਬੇਕਰਸਫੀਲਡ, ਕਰਮਨ, ਪੋਰਟਰਵਿਲ, ਡਲੀਨ ਟਲੈਰੀ, ਇਹ ਸਾਰਾ ਏਰੀਆ ਹੈਗਾ। ਸਿੱਖਾਂ ਨੂੰ ਮੇਰੇ ਖਿਆਲ ਨਾਲ 50-60 ਸਾਲਾਂ ਬਾਅਦ ਇਹ ਚਾਂਸ ਮਿਲਿਆ ਵੀ ਜੇ ਕੋਈ ਇੱਕ ਸਿੱਖ ਯੂਐਸ ਦੀ ਕਾਂਗਰਸ ਚ ਪਹੁੰਚ ਸਕਦਾ ਹੈਗਾ। ਆਪਾਂ ਇਹ ਬਹੁਤ ਗੁਰੂ ਘਰਾਂ ਚ ਵੀ ਬਾਹਰ ਖੜ ਕੇ ਦਗਦਮੇ ਮਾਰਦੇ ਆ ਵੀ ਦੇਖੋ ਜੀ ਸਾਨੂੰ ਤਾਂ 120 ਸਾਲ ਆਇਆਂ ਨੂੰ ਹੋ ਗਏ, ਅਸੀਂ ਤਾਂ ਬਹੁਤ ਮੱਲਾਂ ਮਾਰੀਆਂ। ਜਿਹੜੀ ਕਮਿਊਨਿਟੀ 20 ਸਾਲਾਂ ਚ ਇੱਥੇ ਆਈ ਆ ਉਹਨਾਂ ਦੇ 6 ਜਾਂ 7 ਕਾਂਗਰਸਮੈਨ ਆਲਰੇਡੀ ਯੂਐਸ ਕਾਂਗਰਸ ਚ ਪਹੁੰਚ ਚੁੱਕੇ ਆ ਭਾਰਤੀ ਮੂਲ ਦੇ। ਸੋ ਆਪਾਂ ਕੋਈ ਅਗੇਂਸਟ ਨਹੀਂ ਉਹਨਾਂ ਦੇ, ਪਰ ਉਹ ਦੇਖੋ ਵੀ ਥੋੜੇ ਸਮੇਂ ਚ ਆ ਕੇ ਕਿੱਥੇ ਪਹੁੰਚ ਗਏ ਹੈਗੇ ਆ। ਸੋ ਆਪਾਂ ਕੀ ਕਰਦੇ ਆ ਵੀ ਇੱਕ ਕੋਈ ਨੈਗੇਟਿਵ ਪੁਆਇੰਟ ਜਿਹਾ ਲੱਭ ਕੇ ਤੇ ਉਹਦੇ ਅਗੇਂਸਟ ਕਰ ਦਿੰਦੇ ਆ। ਜਸਮੀਤ ਕੌਰ ਬੈਂਸ ਤੁਹਾਡੀ ਕਮਿਊਨਿਟੀ ਨਾਲ ਹਰ ਵੇਲੇ ਖੜੀ ਆ, ਚਾਹੇ ਉਹ ਸਿੱਖ ਜੈਨੋਸਾਈਡ ਵਾਲਾ ਬਿੱਲ ਸੀ, ਚਾਹੇ ਟਰਾਂਸਨੈਸ਼ਨਲ ਰਿਪਰੇਸ਼ਨ ਵਾਲਾ ਬਿੱਲ ਸੀ, ਚਾਹੇ ਪ੍ਰੋਪੋਜੀਸ਼ਨ 36 ਸੀ ਜਿਹੜੇ ਸਟੋਰਾਂ ਵਾਲੇ, ਗੈਸ ਸਟੇਸ਼ਨਾਂ ਵਾਲੇ ਸਮੈਸ਼ ਗ੍ਰੈਬ ਹੁੰਦਾ, ਲੁੱਟਮਾਰ ਹੁੰਦੀ ਆ। ਗਵਰਨਰ ਉਹਦੇ ਉਲਟ ਸੀ। ਗਵਰਨਰ ਐਂਡ ਤੱਕ ਜਾ ਕੇ ਵੀ ਜਿਹੜਾ ਇਹ ਸੀ ਵੀ ਮੈਂ ਵੀਟੋ ਕਰ ਦੇਣਾ, ਪਰ ਇਹ ਬਿੱਲ ਪਾਸ ਕਰਾਉਣ ਚ ਜਸਮੀਤ ਕੌਰ ਬੈਂਸ ਉਹਨਾਂ ਦਾ ਲੀਡ ਰੋਲ ਰਿਹਾ ਹੈਗਾ ਤੇ ਇਹ ਬਿੱਲ ਪਾਸ ਵੀ ਹੋਇਆ। ਉਸ ਤੋਂ ਬਿਨਾਂ ਜਿਹੜੀ ਇੱਕ ਯੂਸੀ ਉਹ ਲੈ ਕੇ ਆ ਰਹੇ ਹੈਗੇ ਆ ਬੇਕਰਸਫੀਲਡ ਏਰੀਏ ਚ ਮੈਡੀਕਲ ਸਾਇੰਸਸ ਦੀ। ਸੋ ਹੁਣ ਇੰਨਾ ਵਧੀਆ ਕੰਮ ਕਰ ਰਹੇ ਆ, ਕੋਈ ਇਦਾਂ ਦੇ ਪੁਆਇੰਟ ਲੱਭ ਲੈਣੇ ਵੀ ਜੀ ਦੇਖੋ ਜੀ ਉਹ ਤਾਂ ਆਹ ਇੱਥੇ ਪੈਲਸਤੀਨੀਆਂ ਦੀ ਸਪੋਰਟ ਨਹੀਂ ਕਰਦੀ, ਇਜ਼ਰਾਈਲ ਵਾਲਿਆਂ ਦੇ ਪੈਸੇ ਲੈ ਲਏ ਆ। ਕਿਤੇ ਕੋਈ ਪ੍ਰੂਫ ਨਹੀਂ, ਨਾ ਕੋਈ ਇਜ਼ਰਾਈਲ ਵਾਲਿਆਂ ਨੇ ਪੈਸੇ ਲਏ ਆ ਨਾ ਦਿੱਤੇ ਹੈਗੇ ਆ। ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਚਾਹੇ ਉਹ ਰਿਪਬਲਿਕਨ ਆ ਚਾਹੇ ਡੈਮੋਕ੍ਰੇਟ ਆ, ਉਹਨਾਂ ਦੇ ਜਿਹੜੇ ਪੈਕ ਹੁੰਦੇ ਆ ਉਹ ਉਹਨਾਂ ਤੋਂ ਪੈਸੇ ਲੈਂਦੇ ਹੈਗੇ ਆ। ਸੋ ਸਾਰਿਆਂ ਨੂੰ ਬੇਨਤੀ ਆ ਵੀ ਇਹ ਵਾਂਸ ਇਨ ਅ ਲਾਈਫ ਟਾਈਮ ਇਹ ਓਪਰਚੁਨਿਟੀ ਆ। ਕੋਈ ਹੋਰ ਕੋਈ ਤੁਹਾਨੂੰ ਦਿਸਦਾ ਬਾਹਰ ਪੂਰੇ ਅਮਰੀਕਾ 'ਚ ਹੋਰ ਕੋਈ ਜਿਹੜਾ ਸਿੱਖ ਕੈਂਡੀਡੇਟ ਆ ਜਿਹੜਾ ਇਸ ਕੈਲੀਬਰ ਦਾ ਹੋਵੇ ਵੀ ਉੱਥੇ ਪਹੁੰਚ ਕੇ ਜਿਹੜਾ ਸਿੱਖਾਂ ਦੇ ਨਾਲ ਕਿਤੇ ਵੀ ਧੱਕਾ ਹੁੰਦਾ ਆ ਉਹਦੀ ਜਿਹੜੀ ਗੱਲ ਕਰ ਸਕੇ। ਸੋ ਸਾਨੂੰ ਇਹ ਮੌਕਾ ਮਿਲਿਆ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਕੱਲ ਨਗਰ ਕੀਰਤਨ ਸੀ ਬੇਕਰਸਫੀਲਡ 'ਚ, ਉੱਥੇ ਬੇਕਰਸਫੀਲਡ ਦੇ ਰਾਜਪਾਲ ਸਿੰਘ ਜਿਹੜੇ ਹੈਗੇ ਆ ਤੇ ਹੋਰ ਬਹੁਤ ਸਾਰੇ ਬਜ਼ੁਰਗਾਂ ਨੇ ਇਕੱਠੇ ਹੋ ਕੇ ਉਹਨਾਂ ਨੇ ਉੱਥੇ ਜਿਹੜਾ ਉਹਨਾਂ ਦਾ ਬੂਥ ਵੀ ਲਾਇਆ ਸੀ ਤੇ ਬਹੁਤ ਹੰਗਾਰਾ ਮਿਲਿਆ। ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਜਿਹੜੇ ਇਸ ਏਰੀਏ 'ਚ ਰਹਿੰਦੇ ਆ ਜਿਨ੍ਹਾਂ ਨੇ ਵੋਟ ਹਜੇ ਨਹੀਂ ਪਾਈ, ਵੋਟ ਪਾਓ। ਇਹ ਪ੍ਰਾਇਮਰੀ ਇਲੈਕਸ਼ਨ ਆ। ਪਹਿਲੇ 2 ਕੈਂਡੀਡੇਟ 'ਚ ਆਉਣਾ ਉਹਨਾਂ ਦਾ ਬਹੁਤ ਜ਼ਰੂਰੀ ਹੈਗਾ। ਡੈਮੋਕ੍ਰੇਟ ਪਾਰਟੀ ਵਾਲੇ ਕਹਿ ਰਹੇ ਆ ਵੀ ਜੇ ਜਸਮੀਤ ਬੈਂਸ ਚਾਂਸ ਇਹੀ ਆ ਵੀ ਵੈਲਡਫ ਨੂੰ ਹਰਾ ਸਕਦੀ ਹੈ ਤੇ ਉਹ ਪੂਰੀ ਜੇ ਉਹਦੇ ਜਿੱਤਣ ਦੇ ਚਾਂਸ ਆ ਫਿਰ ਜਦੋਂ ਨਵੰਬਰ ਦੇ ਵਿੱਚ ਇਲੈਕਸ਼ਨ ਹੋਣੀ ਹੈਗੀ ਆ। ਸੋ ਸਾਰਿਆਂ ਨੂੰ ਬੇਨਤੀ ਆ ਭਈ ਇਦਾਂ ਨਾ ਸੋਚਿਆ ਕਰੋ ਵੀ ਹਰ ਇੱਕ ਬੰਦਾ ਰੱਬੀ ਆ, ਹਰ ਇੱਕ 'ਚ ਕੋਈ ਨਾ ਕੋਈ ਜਿਹੜਾ ਘਾਟ ਹੁੰਦੀ ਆ, ਸਾਡੇ ਸਾਰਿਆਂ 'ਚ ਹੈਗੀ ਆ। ਪਰ ਤੁਸੀਂ ਇਹ ਦੇਖੋ ਵੀ ਉਸਨੇ ਤੁਹਾਡੇ ਕੌਮ ਲਈ ਤੁਹਾਡੇ ਏਰੀਏ ਲਈ ਕੀ ਕੰਮ ਕੀਤਾ ਹੈ। ਉਹ ਆਪਣੀ ਪਾਰਟੀ ਦੇ ਅਗੇਂਸਟ ਕਰ ਵੀ ਗਈ ਆ। ਮਾਈਲੇਜ ਟੈਕਸ ਲਾਉਣ ਬਾਰੇ ਸੋਚ ਰਹੇ ਸੀਗੇ, ਇਹਨੇ ਕੱਲੀ ਨੇ ਉਦੋਂ ਉਲਟ ਵੋਟ ਪਾਈ ਸੀਗੀ ਵੀ ਨਹੀਂ
ਵੀ ਤੁਸੀਂ ਲੋਕਾਂ ਦੇ ਉੱਤੇ ਆਲਰੇਡੀ ਜਿਹੜੇ ਝੰਬੇ ਪਏ ਆ ਵੀ ਤੁਸੀਂ ਜੇ ਮਾਈਲੇਜ ਟੈਕਸ ਲਾਤਾ ਤਾਂ ਹੋਰ ਨੁਕਸਾਨ ਜਿਹੜਾ ਉਹ ਹੋਊਗਾ। ਜੀ, ਬਿਲਕੁਲ। ਤੁਸੀਂ ਇਹ ਦੇਖੋ ਵੀ ਜਿਹੜੀ ਕਮਲਾ ਹੈਰਿਸ ਸੀ ਜਦੋਂ ਉਹ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਲਈ ਖੜੀ ਸੀਗੀ, ਜਿਹੜਾ ਜਸਮੀਤ ਬੈਂਸ ਦਾ ਡਿਸਟ੍ਰਿਕਟ ਆ ਉੱਥੇ ਕਮਲਾ ਹੈਰਿਸ ਨੂੰ 49% ਵੋਟਾਂ ਪਈਆਂ ਸੀਆਂ, 49%, ਜਦ ਕਿ ਜਸਮੀਤ ਬੈਂਸ ਉਹਨਾਂ ਦੀ ਪਾਰਟੀ ਦੀ ਆ, ਡੈਮੋਕ੍ਰੇਟ ਦੀ, ਉਹਨੂੰ 58% ਵੋਟਾਂ ਪਈਆਂ ਸੀਆਂ। ਸੋ ਇਸੇ ਕਰਕੇ ਜਿਹੜੇ ਡੈਮੋਕ੍ਰੈਟਿਕ ਪਾਰਟੀ ਦੇ ਸਟ੍ਰੈਟਜਿਸਟ ਹੈਗੇ ਆ, ਐਂਡਰਿਊ ਗੋਦਨਿਚ, ਉਹ ਇਹ ਕਹਿ ਰਹੇ ਆ ਵੀ ਸਾਨੂੰ ਜਿਹੜੀ ਆ ਜਸਮੀਤ ਬੈਂਸ ਦੀ ਸਪੋਰਟ ਕਰਨੀ ਚਾਹੀਦੀ ਆ, ਇਹ ਹੀ ਜਿਹੜੀ ਸੀਟ ਆ ਉਹ ਨਵੰਬਰ ਦੇ ਵਿੱਚ ਜਿੱਤ ਸਕਦੀ ਹੈਗੀ ਆ। ਸੋ ਸਾਰਿਆਂ ਨੂੰ ਇੱਕ ਵਾਰੀ ਫੇਰ ਬੇਨਤੀ ਆ ਭਾਈ, ਬਹੁਤਿਆਂ ਦੇ ਉਸ ਏਰੀਏ 'ਚ ਹੈਗੇ ਆ ਜਾਂ ਹੈਗੇ ਆ, ਆਪਾਂ ਘੋਲ ਬਹੁ ਕਰ ਜਾਂਦੇ ਹੈਗੇ ਆ, ਇਹ ਮੌਕਾ ਆ। ਸੋ ਆਪਾਂ ਇਹ ਨਹੀਂ ਕਹਿ ਰਹੇ ਵੀ ਕੋਈ ਸਾਨੂੰ ਕੋਈ ਪਰਸਨਲ ਫਾਇਦਾ ਹੋਣਾ ਜਾਂ ਕੁਛ, ਇਹ ਪੂਰੀ ਕੌਮ ਦੀ ਗੱਲ, ਪ੍ਰੂਫ ਆ ਉਹਨ ਕੀਤਾ ਆ। ਨਹੀਂ ਤਾਂ ਬਹੁਤ ਵਾਰ ਜਿਹੜੇ ਪੋਲੀਟੀਸ਼ੀਅਨ ਆ ਉਹ ਜਿੱਤ ਜਾਂਦੇ ਆ, ਮੁੜ ਕੇ ਗੱਲ ਨਹੀਂ ਕਰਦੇ ਹੈਗੇ ਸਾਤੋਂ ਆ ਨਹੀਂ ਹੋਣਾ, ਸਾਤੋਂ ਆ ਨਹੀਂ ਹੋਣਾ। ਸੋ ਉਹਨੇ ਹਿਸਟਰੀ ਬਣਾਈ ਆ, ਪਹਿਲਾਂ ਉਹਨ ਫਸਟ ਸਿੱਖ ਵੂਮਨ ਹਿਸਟਰੀ ਬਣਾਈ ਹੈ ਐਜ਼ ਏ ਅਸੈਂਬਲੀ ਮੈਂਬਰ। ਸੋ ਹੁਣ ਇਹ ਮੌਕਾ ਬਣਦਾ ਹੈ, ਦਲੀਪ ਸਿੰਘ ਸੌਂਦ ਤੋਂ ਬਾਅਦ 60 ਸਾਲਾਂ ਬਾਅਦ ਯੂਐਸ ਕਾਂਗਰਸਮੈਨ ਬਣ ਸਕਦੀ ਆ, ਤੇ ਸਾਡਾ ਹਰ ਇੱਕ ਦਾ ਫਰਜ਼ ਬਣਦਾ ਪੂਰੇ ਜ਼ੋਰ ਸ਼ੋਰ ਦੇ ਨਾਲ ਉਸ ਦੀ ਜਿਹੜੀ ਸਪੋਰਟ ਕਰੀਏ। ਜੀ, ਤੇ ਹਰਜੋਤ ਸਿੰਘ ਜੀ, ਬ੍ਰੇਕਿੰਗ ਨਿਊਜ਼ ਆ ਰਹੀ ਹੈ, ਈਰਾਨ ਕਹਿ ਰਿਹਾ, ਵਾਸ਼ਿੰਗਟਨ ਪੋਸਟ ਰਿਪੋਰਟ ਕਰ ਰਿਹਾ ਵੀ ਈਰਾਨ ਕਹਿ ਰਿਹਾ ਵੀ ਉਹ ਗੱਲਬਾਤ ਨੂੰ ਵਿਚਾਲੇ ਹੁਣ ਤੋੜ ਰਿਹਾ ਆ ਅਮਰੀਕਾ ਦੇ ਨਾਲ, ਜਿਹੜੀਆਂ ਯੂਐਸ ਤੇ ਇਜ਼ਰਾਈਲ ਦੀਆਂ ਸਟ੍ਰਾਈਕਸ ਹੋਈਆਂ ਆ ਉਸ ਤੇ ਜਿਹੜਾ ਉਹ ਕਰਕੇ। ਟਰੰਪ ਹੁਣਾਂ ਨੇ ਇਸ ਦੇ ਉੱਤੇ ਇਹ ਬਿਆਨ ਦਿੱਤਾ, ਕਹਿੰਦੇ ਵੀ ਮੈਨੂੰ ਕੋਈ ਨੌਲੇਜ ਨਹੀਂ ਆ, ਵੀ ਮੈਨੂੰ ਕੁਝ ਸੁਣਨ ਦੇ ਵਿੱਚ ਨਹੀਂ ਆਇਆ ਵੀ ਈਰਾਨ ਜਿਹੜੀ ਉਹ ਗੱਲਬਾਤ ਨੂੰ ਸਸਪੈਂਡ ਕਰ ਰਿਹਾ ਹੈਗਾ ਆ। ਸੋ ਇਜ਼ਰਾਈਲ ਦੇ ਲਗਾਤਾਰ ਲੈਬਨਾਨ ਦੇ ਵਿੱਚ ਅਟੈਕ ਨੂੰ ਜਿਹੜਾ ਉਹ ਲੈ ਕੇ ਇਰਾਨੀ ਜਿਹੜੇ ਉਹ ਦੁਖੀ ਸੀਗੇ। ਇਹਨਾਂ ਦੇ ਆਪਸੀ ਵੀ ਲੜਾਈ ਜਿਹੜੀ ਆ, ਅਟੈਕਸ ਆ, ਉਹ ਮੁੜ ਦੁਬਾਰਾ ਜਿਹੜੇ ਉਹ ਸ਼ੁਰੂ ਹੋ ਚੁੱਕੇ ਸੀਗੇ ਉਹਦੇ ਜਿਹੜਾ ਉਹ ਕਰਕੇ। ਤੇ ਹੁਣ ਈਰਾਨ ਇਹ ਕਹਿ ਰਿਹਾ ਆ, ਵਾਸ਼ਿੰਗਟਨ ਪੋਸਟ ਰਿਪੋਰਟ ਕਰ ਰਿਹਾ ਵੀ ਉਹਨਾਂ ਨੇ ਸਸਪੈਂਡ ਕਰ ਦਿੱਤੀ ਹੈ ਗੱਲਬਾਤ ਅਮਰੀਕਾ ਦੇ ਨਾਲ ਗੱਲਬਾਤ ਕਰਨ ਦੇ ਲਈ। ਹੁਣ ਪਾਕਿਸਤਾਨ ਦੇ ਉੱਤੇ ਵੀ ਅੱਖ ਹੋਊਗੀ ਵੀ ਉਹ ਅਸਲ ਦੇ ਵਿੱਚ ਕੀ ਜਿਹੜਾ ਉਹ ਦੱਸਦੇ ਆ। ਈਰਾਨ ਦਾ ਜਿਹੜਾ ਫੋਰਨ ਮਿਨਿਸਟਰ ਆ ਉਹ ਕਹਿੰਦੇ ਵੀ ਯੂਐਸ ਨੈਗੋਸੀਏਸ਼ਨ ਨੂੰ ਲੈ ਕੇ ਡਿਸਕਸ ਕਰ ਰਿਹਾ ਸੀ। ਟਰਕੀ, ਫਰਾਂਸ ਤੇ ਪਾਕਿਸਤਾਨੀ ਜਿਹੜੇ ਉਹਨਾਂ ਦੇ ਕਾਊਂਟਰ ਪਾਰਟਸ ਹੈਗੇ ਅਧਿਕਾਰੀ ਆ, ਉਹਨਾਂ ਦੇ ਜਿਹੜੇ ਉਹ ਨਾਲ ਕਹਿੰਦੇ ਇਰਾਗਚੀ ਹੁਣਾਂ ਨੇ ਇਹ ਸੈਪਰੇਟ ਫੋਨ ਕਾਲਸ ਤੁਰਕੀ, ਫਰਾਂਸ, ਪਾਕਿਸਤਾਨ ਤੇ ਬੈਲਜੀਅਮ ਵਾਲਿਆਂ ਦੇ ਨਾਲ ਜਿਹੜੀਆਂ ਉਹ ਕੀਤੀਆਂ ਜਿਹੜੀਆਂ ਉਹ ਹੈਗੀਆਂ ਆ। ਸੋ ਲੱਗਦਾ ਹੈ ਹਰਜੋਤ ਸਿੰਘ ਜੀ, ਜਿੱਦਾਂ ਤੁਸੀਂ ਜ਼ਿਕਰ ਕੀਤਾ ਹੀ ਆ ਵੀ ਗੈਸ ਦੀਆਂ ਪ੍ਰਾਈਸਾਂ ਜਿਹੜੀਆਂ ਉਹ ਵਧੀਆਂ ਹੈਗੀਆਂ ਆਲਰੇਡੀ ਇਹ ਹਮਲਿਆਂ ਤੋਂ ਬਾਅਦ 'ਚ, ਤੇ ਜੇ ਸਸਪੈਂਸ਼ਨ ਦੀ ਕਨਫਰਮੇਸ਼ਨ ਹੋ ਜਾਂਦੀ ਹੈ ਵੀ ਗੱਲਬਾਤ ਵਾਕਿਆ ਜਿਹੜੀ ਉਹ ਟੁੱਟ ਚੁੱਕੀ ਆ, ਤੇ ਇਹਦੇ ਨਾਲ ਹੋਰ ਵੀ ਜ਼ਿਆਦਾ ਜਿਹੜਾ ਉਹ ਫੇਰ ਖਾਸ ਕਰਕੇ ਤੇਲ ਦੀਆਂ ਕੀਮਤਾਂ ਤੇ ਅਸਰ ਪਊਗਾ। ਉਧਰ ਯੂਐਸ ਮਿਲਟਰੀ ਨੇ ਦੱਸਿਆ ਹੈ ਵੀ ਜਿਹੜੀ ਸੈਂਟਰਲ ਕਮਾਂਡ ਨੇ ਵੀ 121 ਜਿਹੜੇ ਕਮਰਸ਼ੀਅਲ ਵਹੀਕਲਸ ਆ ਉਹਨਾਂ ਨੂੰ ਅਸੀਂ ਇਜ਼ਰਾਈਲ ਤੋਂ ਆਉਣ ਜਾਣ ਤੋਂ ਈਰਾਨ ਤੋਂ ਆਉਣ ਜਾਣ ਤੋਂ ਜਿਹੜਾ ਉਹ ਰੋਕਿਆ ਆ, ਤੇ 5 ਨੂੰ ਤਾਂ ਉਹਨਾਂ ਨੇ ਡਿਸੇਬਲ ਵੀ ਜਿਹੜਾ ਉਹ ਕਰ ਦਿੱਤਾ ਸੀ। ਸ਼ੁੱਕਰਵਾਰ ਨੂੰ ਤੇ ਹਰਜੋਤ ਸਿੰਘ ਜੀ ਚਰਚਾ ਇਹ ਚੱਲ ਰਹੀ ਸੀਗੀ ਵੀ ਨੇਵਲ ਬਲੌਕੇਡ ਵੀ ਹਟ ਜਾਣਾ ਆ। ਇਹਨਾਂ ਦੀ ਈਰਾਨ ਵਾਲੀ ਹੀ ਜਿਹੜੀ ਨਿਊਜ਼ ਏਜੰਸੀ ਉਹ ਕਹਿ ਰਹੀ ਸੀ ਵੀ ਅਮਰੀਕਾ ਨੇ ਗੱਲਬਾਤ ਸਮਝੌਤਾ ਜਿਹੜਾ ਉਹ ਮੰਨ ਲਿਆ ਹੈਗਾ ਆ, ਪਰ ਹੁਣ ਜਿਹੜੇ ਵਾਸ਼ਿੰਗਟਨ ਪੋਸਟ ਤੇ ਉਧਰੋਂ ਇਹ ਰਿਪੋਰਟਸ ਆ ਰਹੀਆਂ ਆ ਵੀ ਗੱਲਬਾਤ ਜਿਹੜੀ ਉਹ ਵਿਚਾਲੇ ਲੱਗਦਾ ਆ ਵੀ ਹਾਲ ਦੀ ਘੜੀ ਸਸਪੈਂਡ ਹੋ ਗਈ ਆ, ਬ੍ਰੇਕ ਆਫ ਜਿਹੜੀ ਆ ਈਰਾਨ ਨੇ ਕਰ ਦਿੱਤੀ ਹੈਗੀ ਜੀ। ਸੋ ਆਪਾਂ ਪਹਿਲਾਂ ਵੀ ਸਟਾਰਟ 'ਚ ਕਵਰ ਕੀਤੀ ਸੀ। ਸੋ ਅੱਜ ਉਸ ਟਾਈਮ ਤੇ CNBC ਰਿਪੋਰਟ ਕਰ ਰਿਹਾ ਸੀ, ਪਰ ਹੁਣ ਨਿਊਯਾਰਕ ਟਾਈਮ, CNN, ਇਹ ਸਾਰੇ ਜਿਹੜੇ ਰਿਪੋਰਟ ਕਰ ਰਹੇ ਆ ਵੀ ਜਿਹੜੀ ਅਮਰੀਕਾ ਤੇ ਈਰਾਨ ਦੇ ਵਿੱਚ ਗੱਲਬਾਤ ਚੱਲ ਰਹੀ ਸੀ, ਸੋ ਈਰਾਨ ਵਾਲੇ ਉਹ ਕਹਿੰਦੇ ਵੀ ਅਸੀਂ ਇਸ ਗੱਲਬਾਤ ਨੂੰ ਤੋੜਨ ਜਾ ਰਹੇ ਹੈਗੇ ਆ ਕਿਉਂਕਿ ਸਾਡੇ ਉੱਤੇ ਅਟੈਕ ਹੋਏ ਆ। ਪਰ ਲੇਟੈਸਟ ਇਹ ਵੀ ਪਤਾ ਚੱਲਿਆ ਵੀ ਕੁਵੈਤ ਦੇ ਵਿੱਚ ਜੋ ਅਮਰੀਕਾ ਦੇ ਬੇਸ ਹੈਗੇ ਆ ਉਹਨਾਂ ਦੇ ਉੱਤੇ 2 ਮਿਜ਼ਾਈਲਸ ਇਜ਼ਰਾਈਲ ਵੱਲੋਂ ਛੱਡੀਆਂ ਗਈਆਂ ਸੀ, ਤੇ ਉਹਨਾਂ ਨੂੰ ਵੈਸੇ ਰੋਕ ਲਿਆ ਗਿਆ ਹੈਗਾ, ਕਿਸੇ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਪਰ ਇੱਕ ਵਾਰੀ ਫੇਰ ਜਿਹੜਾ ਕਾਫੀ ਲੰਮੇ ਸਮੇਂ ਤੋਂ ਜਿਹੜੀ ਗੱਲ ਚੱਲ ਰਹੀ ਸੀ ਵੀ ਜੀ ਲੜਾਈ ਖਤਮ ਹੋ ਗਈ, ਸੋ ਉਹਦੇ 'ਚ ਈਰਾਨ ਵਾਲੇ ਕਹਿੰਦੇ ਆ ਵੀ ਅਸੀਂ ਇਸ ਨੂੰ ਜਿਹੜਾ ਆ ਨੈਗੋਸ਼ੀਏਸ਼ਨ ਜਿਹੜੀ ਕੋਈ ਵੀ ਚੱਲ ਰਹੀ ਸੀ ਉਸ ਨੂੰ ਬੰਦ ਕਰਨ ਜਾ ਰਹੇ ਹੈਗੇ ਆ। ਤੇ BBC ਤਾਂ ਇਹ ਰਿਪੋਰਟ ਕਰ ਰਿਹਾ ਵੀ ਈਰਾਨ ਵਾਲਿਆਂ ਨੇ 20 ਦੇ ਕਰੀਬ ਜਿਹੜੇ ਯੂਐਸ ਦੇ ਮਿਲਟਰੀ ਸਾਈਟਸ ਆ ਉਹ ਡੈਮੇਜ ਕੀਤੇ ਜਦ ਦੀ ਜੰਗ ਸ਼ੁਰੂ ਹੋਈ ਆ। ਇਹ ਸੈਟੇਲਾਈਟ ਇਮੇਜਸ ਜਿਹੜੇ ਆ ਉਹ ਸ਼ੋ ਕਰ ਰਹੇ ਆ, ਇਹ BBC ਜੋ ਰਿਪੋਰਟ ਕਰ ਰਹੀ ਆ। ਦੂਸਰੇ ਪਾਸੇ ਪੈਂਟਾਗਨ ਇਹ ਕਹਿ ਰਿਹਾ ਵੀ ਇਹਨਾਂ ਨੇ 13,000 ਤੋਂ ਵੱਧ ਜਿਹੜੀ ਟਾਰਗੇਟ ਆ ਈਰਾਨ ਦੇ ਉੱਤੇ ਕੀਤੇ ਜਦੋਂ ਤੋਂ ਹੀ ਜਿਹੜਾ ਆਪਰੇਸ਼ਨ ਐਪਿਕ ਫਿਊਰੀ ਜਿਹੜਾ ਉਹ ਸ਼ੁਰੂ ਹੋਇਆ ਸੀਗਾ।
ਸੋ ਇਹਦੇ ਵਿੱਚ ਕਈ ਲੋਕਾਂ ਦੀ ਮੌਤ ਵੀ ਹੋਈ ਆ, ਅਮਰੀਕਨ ਫੌਜੀ ਵੀ ਸ਼ਹੀਦ ਹੋਏ ਹੈਗੇ ਆ। ਪਰ ਪੂਰੀ ਦੁਨੀਆ ਦੀਆਂ ਅੱਖਾਂ ਇਹਦੇ ਉੱਤੇ ਆ, ਕਿਉਂਕਿ ਵਰਲਡ ਦੀ ਇਕਨੋਮੀ ਜਿਹੜੀ ਆ ਉਹ ਪੂਰੀ ਜਿਹੜੀ ਇਸ ਟਾਈਮ ਹਿੱਲੀ ਹੋਈ ਆ, ਹੋਰ ਵੀ ਹਿੱਲਣ ਜਾ ਰਹੀ ਆ ਜੇ ਇਹ ਲੜਾਈ ਇੱਕ ਵਾਰੀ ਫੇਰ ਵੱਧ ਜਾਂਦੀ ਹੈਗੀ। ਜੀ ਹਰਜੋਤ ਸਿੰਘ ਜੀ, ਸਮਾਂ ਸਮਾਪਤ ਹੈ। ਮਿਲਾਂਗੇ ਹੁਣ ਆਪਾਂ ਅਗਲੀ ਵਾਰ। ਉਦੋਂ ਤੱਕ ਲਈ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।